ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉਗੇ ਸਿਆਸੀ ਮਾਹਰ ਪ੍ਰੋਫੈਸਰ ਮੁਹੰਮਦ ਖਾਲਿਦ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਖਾਲਿਦ ਸਾਹਿਬ। ਹਾਂਜੀ, ਮਿਹਰਬਾਨੀ ਜੀ। ਸ਼ੁਕਰੀਆ ਖਾਲਿਦ ਸਾਹਿਬ। ਸਭ ਤੋਂ ਪਹਿਲਾਂ ਵੱਡਾ ਸਵਾਲ ਜਿਹੜਾ ਬਿਜਲੀ ਮਸਲੇ ਦੇ ਉੱਤੇ ਸਰਕਾਰ ਨੇ ਆਪਣੇ ਵੱਲੋਂ ਤਾਂ ਮਤਲਬ ਕਿ ਪੱਲਾ ਝਾੜ ਦਿੱਤਾ ਕਿ ਅਸੀਂ ਜੋ ਕੁਝ ਸੀ ਸਾਡੇ ਕੋਲੇ ਅਸੀਂ ਦੇਤਾ, ਪਰ ਇੱਧਰ ਕੈਟਾਗਰੀ ਵਾਈਜ਼ ਜਦੋਂ ਗੱਲ ਆਉਂਦੀ ਹੈ ਕਿ ਜਨਰਲ ਕੈਟਾਗਰੀ ਨੂੰ ਕੀ ਮਿਲ ਰਿਹਾ ਹੈ ਤੇ ਐਸਸੀ ਭਾਈਚਾਰੇ ਨੂੰ ਜਿਹੜੇ ਉਹਨਾਂ ਦੇ ਵਿੱਚ ਵੱਡੀਆਂ ਪੋਸਟਾਂ ਤੇ ਬੈਠੇ ਨੇ ਉਹਨਾਂ ਨੂੰ ਕੀ ਮਿਲ ਰਿਹਾ, ਜਨਰਲ ਦੇ ਵਿੱਚ ਜਿਹੜੇ ਗਰੀਬੀ ਰੇਖਾ ਤੋਂ ਵੀ ਥੱਲੇ ਨੇ ਉਹਨਾਂ ਨੂੰ ਕੀ ਮਿਲ ਰਿਹਾ, ਇਹਨੂੰ ਲੈ ਕੇ ਕਾਫੀ ਸ਼ਸ਼ੋ ਪੰਜ ਹੈ। ਹੁਣ ਤਾਂ ਕਹਿੰਦੇ ਲੋਕਾਂ ਨੇ 2-2 ਮੀਟਰਾਂ ਦੇ ਲਈ ਵੀ ਅਪਲਾਈ ਕਰਤਾ ਕਿ ਇੱਕ ਘਰ 'ਚ ਹੁਣ 2-2 ਮੀਟਰ ਲੱਗਣਗੇ। ਸ਼ਾਇਦ ਮਾਂ ਪਿਓ ਪੁੱਤ ਨੂੰ ਵੱਖਰਾ ਵਿਖਾ ਕੇ ਉਹ ਵੀ ਮੀਟਰ ਲਵਾ ਲੈਣ। ਇਹੋ ਜਿਹਾ ਕੁਝ ਚੱਲ ਰਿਹਾ। ਮਤਲਬ ਕਿ ਇਦਾਂ ਲੱਗਦਾ ਕਿ ਸਰਕਾਰ ਨੇ ਕੋਈ ਵੀ ਬਿਨਾਂ ਸੋਚੇ ਸਮਝੇ ਜਿਹੜੀ ਹੈ ਇੱਕ ਸਕੀਮ ਘੜਤੀ, ਇੱਕ ਐਲਾਨ ਕਰ ਦਿੱਤਾ ਤੇ ਉਹਨੂੰ ਜਿਵੇਂ ਕਹਿੰਦੇ ਨੇ ਕਿ ਕੋੜ ਕਿਰਲੀ ਮੂੰਹ ਦੇ ਵਿੱਚ ਆ ਗਈ ਤੇ ਹੁਣ ਅੰਦਰ ਲੰਘਾਉਣੀ ਪਈ। ਜੀ ਜੀ ਜੀ। ਦੇਖੋ ਸੁਖਵਿੰਦਰ ਜੀ, ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਵਾਅਦਾ ਕੀਤਾ ਸੀਗਾ, ਇੱਕ ਗਰੰਟੀ ਸੀਗੀ ਕਿ ਅਸੀਂ 300 ਯੂਨਿਟ ਫ੍ਰੀ ਦੇਵਾਂਗੇ। ਉਸ ਵੱਲ ਇੱਕ ਕਦਮ ਹੈ ਜਿਹੜਾ ਕਿ ਉਹਨਾਂ ਨੇ ਪਹਿਲਾਂ ਦਿੱਲੀ ਦੇ ਵਿੱਚ ਵੀ ਲਾਗੂ ਕੀਤਾ ਹੋਇਆ, ਲੇਕਿਨ ਉਹ ਕਿਸੇ ਹੋਰ ਤਰੀਕੇ ਦੇ ਨਾਲ ਲਾਗੂ ਕੀਤਾ ਹੋਇਆ। ਔਰ ਅੱਗੇ ਨੂੰ ਹਿਮਾਚਲ ਦੇ ਵਿੱਚ ਇਲੈਕਸ਼ਨ ਆ ਰਿਹਾ ਹੈ। ਪੰਜਾਬ ਦੇ ਮਾਡਲ, ਦਿੱਲੀ ਦਾ ਮਾਡਲ ਪੰਜਾਬ ਨੂੰ ਦਿਖਾਤਾ, ਪੰਜਾਬ ਦਾ ਮਾਡਲ ਹਿਮਾਚਲ ਨੂੰ ਦਿਖਾਉਣਗੇ ਕਿ ਦੇਖੋ ਅਸੀਂ ਉੱਥੇ ਕਰਤਾ ਆਉਂਦੇ ਸਾਰ ਤੇ ਤੁਸੀਂ ਵੀ ਜਿਹੜਾ ਹੈਗਾ ਸਾਨੂੰ ਉਹ ਕਰੋ। ਤਾਂ ਉਹ ਇੱਕ ਹੈਗਾ ਪੋਲੀਟੀਕਲ ਏਜੰਡਾ, ਔਰ ਉਹਦੇ ਵਿੱਚ ਕਾਫੀ ਹੱਦ ਤੱਕ ਉਹ ਕਾਮਯਾਬ ਹੈ ਕਿਉਂਕਿ ਦਿੱਲੀ ਦੀ ਜਿਹੜੀ ਚੀਜ਼ ਹੈ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਪੂਰੀ ਤਰ੍ਹਾਂ ਮਾਰਕੀਟਿੰਗ ਕੀਤੀ, ਉਹਦੀ ਪਰੋਸੀ ਹੈ। ਔਰ ਲੋਕ ਵੀ ਖੁਸ਼ ਹੈ ਕਿ ਤਕਰੀਬਨ 72 ਲੱਖ ਸਾਡਾ ਜਿਹੜਾ ਹੈਗਾ ਕੰਜ਼ਿਊਮਰ ਹੈ, ਉਹਨਾਂ ਵਿੱਚੋਂ 84% ਐਸਾ ਕੰਜ਼ਿਊਮਰ ਹੈ ਜਿਹੜਾ ਕਿ 300 ਯੂਨਿਟ ਤੇ ਘੱਟ ਜ਼ਿਆਦਾਤਰ ਇਸਤੇਮਾਲ ਕਰਦਾ ਹੈ ਬਿਜਲੀ। ਤੇ ਉਹ ਸਾਰਾ ਜਿਹੜਾ ਹੈਗਾ ਤਬਕਾ ਬਹੁਤ ਖੁਸ਼ ਹੈ। ਹੁਣ ਸਵਾਲ ਇਹ ਹੈਗਾ ਕਿ ਜਿਹੜਾ 6,000 ਕਰੋੜ ਦੀ ਸਬਸਿਡੀ ਦਿੱਤੀ ਦੇਈ ਜਾਣੀ ਹੈ, ਕਿਉਂਕਿ ਪਹਿਲਾਂ ਸਬਸਿਡੀ ਇਕੱਲੀ ਕਿਸਾਨਾਂ ਵਾਸਤੇ ਸੀਗੀ, ਉਸ ਤੋਂ ਬਾਅਦ ਜਿਹੜੀ ਚੰਨੀ ਸਰਕਾਰ ਆਈ ਉਹਨਾਂ ਨੇ 200 ਯੂਨਿਟਾਂ ਕਰਤੀਆਂ ਫ੍ਰੀ ਫॉर ਇਹਨਾਂ ਵਾਸਤੇ, ਦਲਿਤ ਔਰ ਫਰੀडम फाइटर ਵਗੈਰਾ ਵਾਸਤੇ। ਉਹਨਾਂ ਨੇ ਇਹ ਵੀ ਕਹਿਤਾ ਕਿ 2 ਕਿਲੋਵਾਟ ਤੱਕ ਦਾ ਜਿਹੜਾ ਜਿਹਦੇ ਬਿੱਲ ਹੈਗੇ ਉਹ ਮਾਫ, ਇੱਥੇ ਇਹਨਾਂ ਨੇ ਵੀ ਮਾਫ ਕੀਤੇ ਹੈ। ਔਰ ਨਾਲ ਹੀ ਉਹ 300 ਯੂਨਿਟ ਕਰਤਾ। ਪੁਰਾਣੀਆਂ ਜਿੰਨੀਆਂ ਸਕੀਮਾਂ ਸੀਗੀਆਂ ਸਾਰੀਆਂ 300 ਯੂਨਿਟ ਦੇ ਵਿੱਚ ਮਰਜ ਕਰਤੀਆਂ। ਹੁਣ ਇਹ ਹੈਗਾ ਕਿ ਕਿਆ ਤੁਸੀਂ 6,000 ਜਾਂ ਜਿੰਨੀ ਵੀ ਇਹ ਬਣਦੀ ਹੈ ਸਬਸਿਡੀ, ਉਹਦੇ ਵਿੱਚ PSPCL ਨੂੰ ਕਿਸ ਤਰੀਕੇ ਦੇ ਨਾਲ ਉਹਦਾ ਘਾਟਾ ਪੂਰਾ ਕਰਾਂਗੇ। PSPCL ਨੂੰ 7,000 ਕਰੋੜ ਸਰਕਾਰ ਨੇ ਆਲਰੇਡੀ ਦੇਣਾ ਬੰਦ ਹੈ। ਔਰ ਅਗਰ PSPCL ਦੀਆਂ ਜਿਹੜੇ ਖਰਚੇ ਹੈਗੇ ਆ, ਜਿਹਦੇ ਵਿੱਚ ਤਨਖਾਹ ਵੀ ਹੈ, ਜਿਹਦੇ ਵਿੱਚ ਮੇਨਟੇਨੈਂਸ ਵੀ ਹੈ, ਜਿਹਦੇ ਵਿੱਚ ਗ੍ਰਿਡਾਂ ਦੀ ਮੇਨਟੇਨੈਂਸ ਵੀ ਹੈ, ਜਿਹਦੇ ਵਿੱਚ ਸਪਲਾਈ ਲਾਈਨਾਂ ਦੀ ਵੀ ਮੇਨਟੇਨੈਂਸ ਹੈ, ਔਰ ਕਿੰਨੇ ਜ਼ਿਆਦਾ ਖਰਚੇ ਐਸਟੈਬਲਿਸ਼ਮੈਂਟ ਦੇ ਹੈ ਉਹ ਸਾਰੇ, ਔਰ ਫਿਰ ਤੁਸੀਂ ਬਿਜਲੀ ਜ਼ਿਆਦਾਤਰ ਪ੍ਰਾਈਵੇਟ ਹੱਥਾਂ ਚੋਂ ਬਾਹਰੋਂ ਖਰੀਦ ਰਹੇ ਹੋ। ਤੁਹਾਡੇ ਆਪਣੇ ਜਿਹੜੇ ਥਰਮਲ ਪਲਾਂਟ ਹੈ ਇੱਕ ਤਾਂ ਬੰਦ ਹੋ ਗਿਆ, ਜਿਹੜੇ 2 ਥਰਮਲ ਪਲਾਂਟ ਹੈਗੇ ਆ ਉਹਨਾਂ ਵਿੱਚੋਂ ਬੜੀ ਘੱਟ ਤੁਸੀਂ ਬਿਜਲੀ ਜਿਹੜੀ ਹੈਗੀ ਹੈ ਬਣਾਉਣੇ ਹੋ, ਔਰ ਉਹ ਵੀ ਪਤਾ ਨਹੀਂ ਕਦੋਂ ਬੰਦ ਹੋ ਜਾਣ। ਜਿਸ ਵੇਲੇ ਤੁਹਾਡੇ ਕੋਲ ਕਿਸੇ ਵੇਲੇ ਹੁੰਦਾ 2 ਦਿਨਾਂ ਦਾ ਸਟਾਕ ਤੇ ਇਹਦਾ ਰਹਿ ਗਿਆ ਕੋਇਲੇ ਦਾ, ਕਦੇ 3 ਦਿਨ ਦਾ ਰਹਿ ਗਿਆ, ਤੁਹਾਨੂੰ ਸੈਂਟਰਲ ਪੂਲ ਦੇ ਵਿੱਚੋਂ ਕੁਝ ਮਿਲਣ ਵਾਸਤੇ ਨਹੀਂ ਹੈ। ਉਹ ਸਿਚੁਏਸ਼ਨ ਦੇ ਵਿੱਚ ਐਲਾਨ ਜ਼ਰੂਰ ਕਰਤਾ ਹੈ, ਐਲਾਨ ਨੂੰ ਲੋਕਾਂ ਨੇ ਵੈਲਕਮ ਕੀਤਾ ਹੈ, ਲੇਕਿਨ ਕੁਐਸਚਨ ਜ਼ਰੂਰ ਖੜੇ ਹੋ ਗਏ हैं। ਕੁਐਸਚਨ ਸਭ ਤੋਂ ਵੱਡਾ ਇਹ ਹੈ ਕਿ ਕਿਆ ਪੰਜਾਬ ਵਰਗੇ ਪ੍ਰਾਂਤ ਦੇ ਵਿੱਚ ਜਿੱਥੇ ਸਾਡਾ ਰੈਵਨਿਊ ਦਾ ਡੈਫਿਸਿਟ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਕਿਆ ਉਹਦੇ ਵਿੱਚ ਇਹ ਫ੍ਰੀ ਬੀਜ਼ ਅਸੀਂ ਦੇ ਕੇ ਸਟੇਟ ਨੂੰ ਅੱਗੇ ਲਿਜਾ ਸਕਦੇ ਹਾਂ ਜਾਂ ਨਹੀਂ ਲਿਜਾ ਸਕਦੇ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਲੋਕ ਜਿਹੜੇ ਹੈਗੇ ਆ ਉਹ ਕਿਆ ਇਸ ਸਕੀਮ ਨੂੰ ਪੂਰੇ ਤਰੀਕੇ ਦੇ ਨਾਲ ਲਾਗੂ ਹੋਣ ਦੇਣਗੇ। ਫॉर एग्जांपल ਅਗਰ ਮੈਂ 600 ਯੂਨਿਟ ਇਸਤੇਮਾਲ ਕਰਦਾ ਤੇ ਮੈਂ 600 ਤੋਂ ਵੱਧ ਇਸਤੇਮਾਲ ਕਰਨ ਲੱਗ ਜੂੰਗਾ, ਮੈਂ ਦੂਸਰਾ ਮੀਟਰ ਹੋਰ ਲਵਾ ਲੂੰਗਾ। ਚੋਰੀ ਜਿਹੜੀ ਹੈਗੀ ਹੈ ਬਿਜਲੀ ਦੀ, ਆਪਾਂ ਆਮ ਇੱਕ ਕੰਪਲੇਂਟਾਂ ਸੁਣਦੇ ਆ ਕਿ ਜੀ ਤਾਰ ਲਾ ਲਈ ਜਾਂ ਕੁੰਡੀ ਲਾ ਲਈ, ਇਹ ਸਾਰਾ ਕੁਝ ਚੱਲਦਾ। ਉਸ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਜਾਏ ਇਸ ਦੇ ਕਿ ਆਪਾਂ ਆਡਿਟ ਕਰਦੇ ਕਿ ਟੋਟਲ ਕਿੰਨਾ ਕੰਜ਼ਿਊਮਰ ਹੈ ਤੇ ਕਿੰਨੀ ਸਾਡੇ ਕੋਲ ਬਿਜਲੀ ਅਵੇਲੇਬਲ ਹੈ, ਕਿੰਨਾ ਪੈਸਾ ਅਵੇਲੇਬਲ ਹੈ,
ਉਹ ਕੀਤੇ ਬਿਨਾ ਤੁਸੀਂ ਅੰਨ੍ਹੇਵਾਹ ਇੱਕ ਚੀਜ਼ ਨੂੰ ਇਸ ਕਰਕੇ ਲਾਗੂ ਕਰਤਾ ਕਿ ਉਹ ਤੁਹਾਡਾ ਵਾਅਦਾ ਸੀਗਾ, ਔਰ ਨਾਲ ਇਹ ਵੀ ਕਹਿਤਾ ਕਿ ਨਹੀਂ ਸਰਕਾਰਾਂ ਕੋਲ ਤਾਂ ਪੈਸਾ ਬਹੁਤ ਹੁੰਦਾ ਹੈ, ਤੇ ਕੋਈ ਐਸੀ ਗੱਲ ਨਹੀਂ ਹੈ, ਪੈਸਾ ਆਉਂਦਾ ਜਾਂਦਾ ਰਹਿੰਦਾ ਹੈ, ਨੀਅਤ ਸਾਫ਼ ਹੋਣੀ ਚਾਹੀਦੀ ਹੈ। ਲੇਕਿਨ ਅਗਰ ਨੀਅਤ ਹੈ, ਨੀਅਤ ਵੀ ਪੈਸੇ ਨਾਲ ਹੀ ਸਾਫ਼ ਹੋ ਸਕਦੀ ਹੈ। ਤਾਂ ਮੈਨੂੰ ਇਦਾਂ ਲੱਗਦਾ ਸੁਖਵਿੰਦਰ ਜੀ ਕਿ ਇਹ ਜਿਹੜਾ ਹੈਗਾ ਇਹ ਸਸਟੇਨ ਨਹੀਂ ਕਰ ਪਾਏਗਾ, ਕਿਉਂਕਿ ਜਿਸ ਵੇਲੇ ਤੁਸੀਂ ਪ੍ਰਾਈਵੇਟ ਹੱਥਾਂ 'ਚੋਂ ਬਿਜਲੀ ਖਰੀਦਣੀ ਹੈ ਔਰ ਉਹ ਵੀ ਤੁਸੀਂ ਪੀਪੀਏ ਸਾਈਨ ਕੀਤੇ ਹੋਏ ਆ ਜਿਨ੍ਹਾਂ ਤੋਂ ਤੁਸੀਂ ਭੱਜ ਨਹੀਂ ਸਕਦੇ, ਔਰ ਉਹ ਜੋ ਸਾਈਨ ਕਰੋਗੇ ਤੁਸੀਂ ਆਪਣਾ ਪੈਸੇ ਦਿਓਗੇ, ਤਾਂ ਪੈਸਾ ਕਿਹਨੇ ਦੇਣਾ? ਪੈਸਾ ਤਾਂ ਸਰਕਾਰ ਨੇ ਕੋਈ ਨੋਟ ਨਹੀਂ ਛਾਪਣੇ, ਪੈਸਾ ਆਉਣਾ ਹੈ ਲੋਕਾਂ ਵੱਲੋਂ, ਪੈਸਾ ਆਉਣਾ ਹੈਗਾ ਟੈਕਸ ਪੇਅਰ ਵੱਲੋਂ। ਟੈਕਸ ਦੇਣ ਵਾਲੇ ਲੋਕ ਪਹਿਲਾਂ ਹੀ ਬਹੁਤ ਘੱਟ ਹੈ। ਪੰਜਾਬ ਦੀ ਇਕਨੋਮੀ ਸੁਕੜਦੀ ਜਾ ਰਹੀ ਹੈ ਆਬਾਦੀ ਦੇ ਉਹਦੇ ਵਿੱਚ ਦੇਖੀਏ ਤਾਂ ਸਰਕਾਰ ਪਤਾ ਨਹੀਂ ਕਿਸ ਉਹਨਾਂ ਨੇ ਕੀ ਕੈਲਕੂਲੇਸ਼ਨਸ ਕੀਤੀਆਂ, ਲੇਕਿਨ ਮੈਨੂੰ ਇਸ ਤਰ੍ਹਾਂ ਲੱਗਦਾ ਹੈਗਾ ਕਿ ਇਹ ਚੀਜ਼ ਜਿਹੜੀ ਹੈਗੀ ਹੈ ਇੰਨੀ ਜ਼ਿਆਦਾ ਸਸਟੇਨ ਨਹੀਂ ਕਰ ਪਾਏਗੀ, ਜਾਂ ਫਿਰ ਤੁਸੀਂ ਹੋਰ ਜ਼ਿਆਦਾ ਕਰਜ਼ਾ ਲਵੋਗੇ, ਹੋਰ ਜ਼ਿਆਦਾ ਕਰਜ਼ਾ ਲਵੋਗੇ ਤਾਂ ਸਟੇਟ ਹੋਰ ਜ਼ਿਆਦਾ ਕਰਜ਼ਈ ਹੋਏਗਾ। ਅੱਜ ਹੀ ਇੱਕ ਕਿਸੇ ਬੁੱਧੀਜੀਵੀ ਨੇ ਕੈਲਕੂਲੇਸ਼ਨ ਕਰਕੇ ਕਿਹਾ ਹੈ ਕਿ ਸਾਡੀ ਜਿਹੜੀ ਡੈਟ ਸਰਵਿਸਿੰਗ ਹੈ, ਯਾਨੀ ਕਿ ਵਿਆਜ ਉਹਦੇ ਉੱਪਰ ਜਿਹੜਾ ਆਪਾਂ ਨੇ ਕਰਜ਼ਾ ਲੈਤਾ ਹੋਇਆ, ਉਹ ਤਕਰੀਬਨ 41% ਦੇ ਕਰੀਬ ਹੈ ਸਾਡੇ ਰੈਵਨਿਊ ਦਾ। ਯਾਨੀ ਅਗਰ 100 ਰੁਪਿਆ ਰੈਵਨਿਊ ਦਾ ਆਉਂਦਾ, 41 ਰੁਪਏ ਤਾਂ ਅਸੀਂ ਕਰਜ਼ੇ ਦੇ ਉੱਪਰ ਵਿਆਜ ਦੇ ਰੂਪ ਦੇ ਵਿੱਚ ਦੇ ਦਿੰਦੇ ਹਾਂ। ਬਾਕੀ ਕੋਲ ਤੁਹਾਡੀ ਐਸਟੈਬਲਿਸ਼ਮੈਂਟ ਕੱਢ ਕੇ ਬਾਕੀ ਬਚਿਆ ਕੀ ਹੈ ਤੁਹਾਡੇ ਕੋਲ? ਤੁਹਾਡਾ ਟੈਕਸ ਜਿਹੜੇ ਹੈਗੇ ਆ ਉਹ ਸਾਰੇ ਜੀਐਸਟੀ ਦਾ ਪਾਰਟ ਬਣ ਗਏ ਆ, ਸਿਰਫ ਕੁਝ ਟੈਕਸ ਰਹਿ ਗਏ ਆ ਜਿਵੇਂ ਕਿ ਐਕਸਾਈਜ਼ ਹੈ, ਜਾਂ ਤੁਹਾਡਾ ਰੇਤਾ ਬਜਰੀ ਇਹਦੇ ਵਿੱਚੋਂ ਤੁਸੀਂ ਕਿੰਨੇ ਪੈਸੇ ਕੱਟ ਲਓਗੇ, ਜਾਂ ਹੋਰ ਤੁਹਾਡੇ ਲੋਕਲ ਟੈਕਸਿਸ ਹੈ, ਕੋਈ ਤਹਿ ਬਜ਼ਾਰੀ ਲਾਤੀ, ਕੋਈ ਹਾਊਸ ਟੈਕਸ ਲਾਤਾ ਜਿਹੜਾ ਸ਼ਹਿਰਾਂ ਦੇ ਵਿੱਚ ਲੱਗਦਾ ਹੈ। ਤੇ ਬਾਕੀ ਮੈਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਆਮਦਨੀ ਜ਼ਿਆਦਾ ਨਹੀਂ ਕਰੋਗੇ ਤੇ ਖਰਚ ਇੰਨਾ ਕਿਵੇਂ ਕਰ ਸਕਦੇ ਹੋ। ਖਾਸ ਤੌਰ ਤੇ ਜਿਸ ਵੇਲੇ ਹੋਰ ਵੀ ਸਕੀਮਾਂ ਤੁਸੀਂ ਐਲਾਨੀਆਂ ਹੋਈਆਂ ਨੇ, ਜਿਵੇਂ ਕਿ 1000 ਰੁਪਇਆ ਹਰ ਇਸਤਰੀ ਨੂੰ ਦੇਣਾ ਹੈ 18 ਸਾਲ ਤੋਂ ਉੱਪਰ ਨੂੰ। ਅਗਰ 1 ਕਰੋੜ ਇਸਤਰੀ ਹੈਗੀ ਹੈ, ਤੁਹਾਡੀ 2 ਕਰੋੜ ਦੀ ਪਾਪੂਲੇਸ਼ਨ ਹੈ, ਉਹਦੇ ਵਿੱਚੋਂ ਚਲੋ 80 ਲੱਖ ਵੀ ਲਾ ਲਓ, ਤੁਸੀਂ ਦੱਸੋ ਵੀ 80,000 ਕਰੋੜ ਰੁਪਇਆ ਤੁਸੀਂ ਲਾਇਬਿਲਿਟੀ ਹਰ ਮਹੀਨੇ ਹੋਰ ਖੜੀ ਕਰੋਗੇ। ਅਗਰ ਤੁਸੀਂ ਦੂਸਰੀ ਗਰੰਟੀ ਜਿਹੜੀ ਹੈਗੀ ਉਹ ਕਰੋਗੇ, ਪੈਸਾ ਕਿੱਥੋਂ ਆਏਗਾ? ਇਹ ਚੀਜ਼ਾਂ ਹਰ ਇਨਸਾਨ ਨੂੰ ਜਿਹੜਾ ਸੋਚਦਾ ਹੈ ਉਹਦੇ ਵਾਸਤੇ ਸੋਚਣ ਵਾਸਤੇ ਬਹੁਤ ਵੱਡਾ ਹੋਇਆ ਹੈ। ਬਾਕੀ ਠੀਕ ਹੈ, ਤੁਸੀਂ ਪੋਲਿਟਿਕਸ ਕਰ ਸਕਦੇ ਹੋ, ਤੁਸੀਂ ਉਹਦੇ ਵਿੱਚੋਂ ਲੋਕਾਂ ਨੂੰ ਕਹਿ ਸਕਦੇ ਹੋ ਸਾਨੇ ਗਰੰਟੀ ਦੇਖੋ ਇੱਕ ਦੇਤੀ ਹੈ, ਤੁਸੀਂ ਉਹਦੇ ਨਾਲ ਇਲੈਕਸ਼ਨ ਵੀ ਜਿੱਤ ਸਕਦੇ ਹੋ। ਲੇਕਿਨ ਸਟੇਟ ਦੀ ਇਕਨੋਮੀ ਕਿੱਥੇ ਜਾਏਗੀ, ਉਹ ਕਿੱਥੇ ਖੜੀ ਹੋਏਗੀ, ਉਹ ਇੱਕ ਸਵਾਲ ਹੈ ਜਿਹੜਾ ਕਿ ਆਪਾਂ ਸਾਰਿਆਂ ਨੂੰ ਸੋਚਣਾ ਚਾਹੀਦਾ। ਬਿਲਕੁਲ, ਸਿਆਸਤਦਾਨਾਂ ਤੇ ਆਮ ਲੋਕਾਂ ਨੂੰ, ਖਾਸ ਕਰ ਪੰਜਾਬੀਆਂ ਨੂੰ ਇਸ ਚੀਜ਼ ਤੋਂ ਸ਼ਾਇਦ ਪ੍ਰੋਫੈਸਰ ਸਾਹਿਬ ਬਾਹਰ ਆਉਣਾ ਚਾਹੀਦਾ ਹੈ ਕਿ ਹੁਣ ਪੰਜਾਬ ਜਿਹੜਾ ਉਹ ਸੋਨੇ ਦੀ ਚਿੜੀ ਨਹੀਂ ਰਿਹਾ। ਨਹੀਂ ਤਾਂ ਇਹੀ ਗੱਲ ਨਾਲ ਥੋੜਾ ਮਾਣ-ਮੂਣ ਕਰ ਲੈਂਦੇ ਨੇ ਕਿ ਜੀ ਪੰਜਾਬ ਸੋਨੇ ਦੀ ਚਿੜੀ ਆ, ਪੰਜਾਬ 'ਚ ਨਾ ਜੋ ਮਰਜ਼ੀ। ਉਹ ਤਾਂ ਭਾਰਤ ਨੂੰ ਵੀ ਸੋਨੇ ਦੀ ਚਿੜੀ ਕਹਿੰਦੇ ਸੀਗੇ, ਭਾਰਤ ਵੀ ਸੋਨੇ ਦੀ ਚਿੜੀ ਸੀਗਾ, ਤੇ ਹੁਣ ਪੰਜਾਬ, ਫਿਰ ਪੰਜਾਬ ਸੋਨੇ ਦੀ ਚਿੜੀ ਸੀਗਾ। ਸੋਨੇ ਦੀ ਚਿੜੀ ਕਿੱਥੇ ਰਹਿ ਗਈ ਤੁਹਾਡੇ ਕੋਲ? ਜੀ। ਖਾਲਿਦ ਸਾਹਿਬ, ਇੱਕ ਮੈਂ ਜਿਵੇਂ ਕਿਹਾ ਸੀ ਕਿ ਕੈਟਾਗਰੀ ਵਾਈਜ਼ ਜਿਹੜਾ ਰੌਲਾ ਪੈ ਰਿਹਾ ਕਿ ਜਿਹੜੇ ਜੀ ਦਲਿਤ ਜੀ ਸਮਾਜ ਵੱਡਿਆਂ ਅਹੁਦਿਆਂ ਤੇ ਨੇ ਜਾਂ ਜਨਰਲ ਕੈਟਾਗਰੀ 'ਚ ਬਿਲਕੁਲ ਹੇਠਲੇ ਵਰਗ ਦੇ ਨੇ, ਉਹ ਵਿਚਾਰੇ ਉਹ ਵੀ ਉਹਨਾਂ 'ਚ ਨਿਰਾਸ਼ਾ ਉਹਦੇ ਵੀ ਵਿੱਚ ਆ ਵੀ ਹੇਠਲੇ ਵਰਗ 'ਚ ਮੇਰੇ ਵੀ। ਕੋਲ ਕੁਝ ਐਸੇ ਮੈਸੇजेस ਆਏ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਵੋਟ ਜਨਰਲ ਕੈਟਾਗਰੀ ਨੇ ਵੀ ਪਾਈ ਹੈ, ਇਸ ਕਰਕੇ ਤੁਸੀਂ ਜਨਰਲ ਕੈਟਾਗਰੀ ਦੇ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਕਰ ਰਹੇ ਹੋ ਕਿ ਉਹਨਾਂ ਨੂੰ 600 ਯੂਨਿਟ ਤੋਂ ਉੱਪਰ ਜਿਹੜਾ ਹੈਗਾ ਕੁਝ ਵੀ ਹੋ ਗਿਆ ਤਾਂ ਸਾਰਾ ਦੇਣਾ ਪਏਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਨਰਲ ਕੈਟਾਗਰੀ ਵਾਲੇ ਕਹਿੰਦੇ ਆ ਕਿ ਸਾਡੇ ਅਗੇਂਸਟ ਹੈ। ਜਿਹੜੀ ਰਿਜ਼ਰਵ ਕੈਟਾਗਰੀਜ਼ ਹੈ ਉਹਨਾਂ ਦੇ ਵਿੱਚ ਬਹੁਤ ਅਮੀਰ ਆਦਮੀ ਹੈ, ਜਿਹੜੇ ਜਨਰਲ ਕੈਟਾਗਰੀ ਹੈ ਉਹਨਾਂ ਦੇ ਵਿੱਚ ਬਥੇਰੇ ਗਰੀਬ ਆਦਮੀ ਹੈ। ਤੁਸੀਂ ਉਸ ਚੀਜ਼ ਨੂੰ ਅੱਖੋਂ ਓਹਲੇ ਕਰਕੇ ਕੈਟਾਗਰੀ ਸਿਰਫ ਇਹ ਕਰਤੀ, ਜਿਹੜਾ ਕੋਈ ਅਗਰ ਕੋਈ ਰਿਜ਼ਰਵ ਕੈਟਾਗਰੀ ਦਾ ਬੰਦਾ ਹੈਗਾ ਲੇਕਿਨ ਉਹ ਫਾਈਨੈਂਸ਼ੀਅਲੀ ਬਹੁਤ ਰਿਚ ਹੈਗਾ ਜਾਂ ਉਹਦੇ ਕੋਲ ਲਿਵਿੰਗ ਦੇ ਮੀਨਸ ਅੱਛੇ ਹੈਗੇ ਆ, ਤਾਂ ਉਹਨੂੰ ਤੇ ਬਿਲਕੁਲ ਹੀ ਗਰੀਬ ਨੂੰ ਤੁਸੀਂ ਇੱਕੋ ਕਤਾਰ ਦੇ ਵਿੱਚ ਖੜਾ ਕਰਤਾ। ਉਹ ਕਹਿੰਦੇ ਕਾਫੀ ਜ਼ਿਆਦਾ ਇਹਦੇ ਬਾਰੇ ਰਿਜ਼ੈਂਟਮੈਂਟ ਹੈਗੀ ਹੈ। ਹੋ ਸਕਦਾ ਹੈ ਕਿ ਸਰਕਾਰ ਨੂੰ ਇਹਨਾਂ ਚੀਜ਼ਾਂ ਨੂੰ ਦੁਬਾਰਾ ਰੀਵਿਜ਼ਿਟ ਕਰਨਾ ਪਵੇ, ਸੋਚਣਾ ਪਵੇ, ਕਿਉਂਕਿ ਦੇਖੋ ਪਾਲਿਸੀ ਕੋਈ ਵੀ ਬਣਦੀ ਹੈ ਉਹ ਇਹ ਤਾਂ ਹੈ ਨਹੀਂ ਕਿ ਇੱਕ ਵਾਰ ਕੋਈ ਪੱਥਰ ਤੇ ਲਕੀਰ ਨਹੀਂ ਹੁੰਦੀ।
ਉਹਦੇ ਵਿੱਚ ਕਰੈਕਟਿਵ ਮੈਜਰਸ ਲਿੱਤੇ ਜਾ ਸਕਦੇ ਆ। ਦੇਖਦੇ ਆ ਕਿ ਸਰਕਾਰ ਇਹਨਾਂ ਚੀਜ਼ਾਂ ਦਾ ਫੀਡਬੈਕ ਸਰਕਾਰ ਕੋਲ ਵੀ ਪਹੁੰਚ ਹੀ ਰਿਹਾ ਹੋਣਾ ਤੇ ਇਹਦੇ ਬਾਰੇ ਕੁਝ ਕਰਦੀ ਹੈ ਜਾਂ ਨਹੀਂ ਕਰਦੀ। ਹਾਲੇ ਜੁਲਾਈ ਤੱਕ ਦਾ ਸਮਾਂ ਪਿਆ ਆ ਜੀ ਸਰਕਾਰ ਦੇ ਕੋਲ, ਸੋਚਣਾ ਕੀ ਪਤਾ ਲੱਗਦਾ ਫੈਸਲੇ ਦੇ ਉੱਤੇ ਨਜ਼ਰਸਾਨੀ ਕੀਤੀ ਜਾਏ ਕਿ ਕਿਸ ਤਰ੍ਹਾਂ ਨਜ਼ਰਸਾਨੀ ਕਿਹਨੂੰ। ਕੀਤੀ ਜਾ ਸਕਦੀ ਹੈ। ਹਾਂਜੀ, ਇੱਕ ਖਾਲਿਦ ਸਾਹਿਬ ਹੋਰ ਜਿਹੜੀ ਕਿਸਾਨਾਂ ਦੀ ਗੱਲ ਹੈ, ਅੱਜ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੀਟਿੰਗ ਹੋਈ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ, ਉਧਰੋਂ ਉਗਰਾਹਾਂ ਜਥੇਬੰਦੀ ਨਾਲ ਵੱਖਰੀ ਮੀਟਿੰਗ ਹੋਈ। ਐਮਐਸਪੀ ਨੂੰ ਲੈ ਕੇ ਰੇੜਕਾ ਬਰਕਰਾਰ ਹੈ ਕਿ ਇਹ ਕਹਿੰਦੇ ਕਿ ਡਾਈਵਰਸਿਫਿਕੇਸ਼ਨ ਕਰੋ, ਕਿਸਾਨ ਕਹਿੰਦੇ ਕਿ ਅਸੀਂ ਅੱਗੇ ਵੀ ਤਾਂ ਕਰਦੇ ਆ, ਕੋਈ ਗੰਨੇ ਦੀ ਫਸਲ ਬੀਜਦਾ, ਕੋਈ ਹੋਰ ਫਸਲਾਂ ਬੀਜਦਾ, ਤੁਸੀਂ ਉਹਦੇ ਉੱਤੇ ਪੂਰਾ ਮੁੱਲ ਦੇ ਦਿਓ, ਤੁਸੀਂ ਉਹਨੂੰ ਲੀਗਲਾਈਜ਼ ਕਰ ਦਿਓ। ਜੇ ਕਹਿੰਦੇ ਨਹੀਂ ਕਰਨਾ ਤੇ ਫਿਰ ਅਸੀਂ 10 ਮਈ ਤੋਂ ਅਸੀਂ ਸੰਘਰਸ਼ ਵਿੱਢਾਂਗੇ। ਇਦਾਂ ਸੁਖਵਿੰਦਰ ਜੀ ਕਿ ਜਿਸ ਵੇਲੇ ਕਿਸਾਨ ਅੰਦੋਲਨ ਖਤਮ ਹੋਇਆ ਔਰ ਉਹਨਾਂ ਨੂੰ ਬਿੱਲ ਵਾਪਸ ਲੈਤੇ ਗਏ ਆ, ਉਸ ਵੇਲੇ ਸੈਂਟਰ ਗਵਰਨਮੈਂਟ ਨੇ ਕਿਹਾ ਕਿ ਅਸੀਂ ਜਿਹੜੀਆਂ ਬਾਕੀ ਦੀਆਂ ਮੰਗਾਂ ਪਰ ਵੀ ਗੱਲਬਾਤ ਕਰਾਂਗੇ, ਲੇਕਿਨ ਹਜੇ ਤੱਕ ਕੋਈ ਸਕਾਰਾਤਮਕ ਗੱਲਬਾਤ ਨਹੀਂ ਹੋਈ ਹੈ। ਹੁਣ ਰਹਿ ਗਈ ਪੰਜਾਬ ਦੀ ਗੱਲ। ਪੰਜਾਬ ਦੇ ਵਿੱਚ ਬੇਸ਼ੱਕ ਪਿਛਲੀਆਂ ਜਿੰਨੇ ਵੀ ਸਰਕਾਰਾਂ ਤੀਆਂ ਸਾਰਿਆਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ, ਸਾਥ ਦਿੱਤਾ, ਉਹਨਾਂ ਦਾ ਕੇਡਰ ਵੀ ਉੱਥੇ ਜਾ ਕੇ ਬੈਠਿਆ, ਕਿਸਾਨ ਔਰ ਉਹਨੂੰ ਅਪੋਲੀਟੀਕਲ ਰੱਖਿਆ, ਪੋਲਿਟਿਕਸ ਤੋਂ ਦੂਰ ਵੀ ਰੱਖਿਆ ਕਾਫੀ ਹੱਦ ਤੱਕ। ਹੁਣ ਗੱਲ ਇਹ ਹੈਗੀ ਹੈ ਕਿ ਕਿਸਾਨਾਂ ਦੀ ਜਿਹੜੀ ਸਭ ਤੋਂ ਵੱਡੀ ਮੰਗ ਹੈਗੀ ਹੈ ਉਹ ਹੈਗੀ ਹੈ ਕਿ ਸਿਰਫ ਕੁਝ ਫਸਲਾਂ ਨਹੀਂ ਬਲਕਿ ਜਿਹੜੀਆਂ ਬਾਕੀ ਦੀਆਂ ਫਸਲਾਂ ਆ ਗਈਆਂ, ਸਬਜ਼ੀ ਹੈ, ਫਰੂਟ ਹੈ, ਉਹਨਾਂ ਪਰ ਵੀ ਐਮਐਸਪੀ ਜਿਹੜੀ ਹੈਗੀ ਹੈ ਉਹ ਦੇਣ ਲੱਗੋ ਤਾਂ ਕਿ ਸਾਡੀ ਜਿਹੜੀ ਇਨਕਮ ਹੈ ਉਹ ਸੁਨਿਸ਼ਚਿਤ ਹੋ ਸਕੇ, ਅਸੀਂ ਅੱਗੇ ਵਧੀਏ। ਉਹ ਚੀਜ਼ ਜਿਹੜੀ ਹੈਗੀ ਹੈ ਹਜੇ ਵਿਚਾਲੇ ਲਟਕ ਰਹੀ ਹੈ। ਦੂਸਰੀ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਉਹ ਹੈ ਕਿ ਡਾਈਵਰਸਿਫਿਕੇਸ਼ਨ ਦੀ। ਡਾਈਵਰਸਿਫਿਕੇਸ਼ਨ ਦੇ ਵਿੱਚ ਦੋ ਤਿੰਨ ਚੀਜ਼ਾਂ ਆਉਂਦੀਆਂ ਨੇ। ਇੱਕ ਤਾਂ ਹੈਗੀ ਹੈ ਕਿ ਜਿਹੜੀ ਆਪਾਂ ਰਬੀ ਤੇ ਖਰੀਫ ਦੀ ਫਸਲ ਹੈ ਉਸ ਦੇ ਰੋਟੇਸ਼ਨ ਨੂੰ ਖਤਮ ਕਰਕੇ ਅਸੀਂ ਨਵੀਆਂ ਫਸਲਾਂ ਲਈਏ ਜਿਹੜੀਆਂ ਕਿ ਕਮਰਸ਼ੀਅਲ ਕ੍ਰੌਪਸ ਜਿਹਨੂੰ ਆਪਾਂ ਕਹਿੰਦੇ ਆ, ਜਿਹਦੇ ਵਿੱਚ ਪਾਣੀ ਘੱਟ ਇਸਤੇਮਾਲ ਹੋ ਗਿਆ ਕਿਉਂਕਿ ਸਾਡਾ ਵਾਟਰ ਟੇਬਲ ਬਹੁਤ ਡਾਊਨ ਚਲਿਆ ਗਿਆ ਔਰ ਉਹਦਾ ਪ੍ਰਭਾਵ ਜਿਹੜਾ ਹੈਗਾ ਸਾਡੇ ਖੇਤੀ ਦੇ ਉੱਪਰ ਪੈ ਰਿਹਾ, ਅਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਠੀਕ ਕਰੀਏ। ਹੁਣ ਡਾਈਵਰਸਿਫਿਕੇਸ਼ਨ ਦੀ ਜਿੱਥੇ ਗੱਲ ਹੈ, ਕਿਸਾਨ ਉਸ ਵੇਲੇ ਡਾਈਵਰਸਿਫਾਈ ਕਰੇਗਾ ਜਿਸ ਵੇਲੇ ਉਹਦੇ ਕੋਲ ਇਨਪੁਟ ਵਾਸਤੇ ਵੀ ਪੈਸਾ ਹੋਊਗਾ ਔਰ ਜਿਹੜੀਆਂ ਨਵੀਆਂ ਫਸਲਾਂ ਉਗਾਊਗਾ ਉਹਦੀ ਵੀ ਸੁਨਿਸ਼ਚਿਤ ਕਰੂਗੀ ਸਰਕਾਰ ਕਿ ਅਸੀਂ ਖਰੀਦਾਂਗੇ, ਯਾਨੀ ਕਿ ਉਹਦੀ ਐਮਐਸਪੀ ਜਿਹੜੀ ਹੈਗੀ ਹੈ ਉਹ ਸਰਕਾਰ ਵੱਲੋਂ ਆਏਗੀ। ਦੂਸਰਾ ਡਾਈਵਰਸਿਫਿਕੇਸ਼ਨ ਦਾ ਇਹ ਹੈਗਾ ਕਿ ਐਗਰੀਕਲਚਰ ਦੇ ਨਾਲ ਨਾਲ ਜਿਹੜੇ ਅਲਾਈਡ ਕਿੱਤੇ ਹੈਗੇ ਆ, ਜਿਵੇਂ ਕਿ ਪਸ਼ੂ ਪਾਲਣ ਦਾ ਹੈਗਾ, ਪੋਲਟਰੀ ਹੈਗੀ ਹੈ, ਜਾਂ ਜਿਹੜਾ ਇਹਦਾ ਬੀ ਕੀਪਿੰਗ ਹੈਗੀ ਹੈ, ਇਸ ਤਰ੍ਹਾਂ ਦੇ ਜਿੰਨੇ ਵੀ ਆ ਫਿਸ਼ਰੀ ਹੈ, ਇਹਨਾਂ ਸਾਰਿਆਂ ਦੇ ਵਿੱਚ ਵੀ ਇਨਵੈਸਟਮੈਂਟਾਂ ਕੀਤੀਆਂ ਜਾਣ ਤਾਂ ਕਿ ਇੱਕੋ ਪਾਸੇ ਨਾ ਕਿਸਾਨ ਤੁਰੇ, ਬਲਕਿ ਜਿਹੜੇ ਐਗਰੀਕਲਚਰ ਦੇ ਨਾਲ ਅਲਾਈਡ ਕਿੱਤੇ ਹੈਗੇ ਆ ਉਹਨਾਂ ਨੂੰ ਵੀ ਪ੍ਰੋਤਸਾਹਨ ਮਿਲੇ ਤਾਂ ਉਹਦੇ ਨਾਲ ਕਿਸਾਨ ਦੀ ਆਮਦਨੀ ਜਿਹੜੀ ਹੈਗੀ ਹੈ ਵਧੇਗੀ। ਹੁਣ ਗੱਲ ਹੈਗੀ ਹੈ ਕਿ ਜਿੱਥੇ ਤੱਕ ਐਮਐਸਪੀ ਜਿਹੜੀ ਕਿ ਸਭ ਤੋਂ ਮੇਜਰ ਮੁੱਦਾ ਹੈ ਕਿਸਾਨਾਂ ਦਾ, ਉਹਦੇ ਪਰ ਹਜੇ ਕੋਈ ਵੀ ਹਾਂ ਕਰਨ ਨੂੰ ਤਿਆਰ ਨਹੀਂ ਹੈ। ਉਹੀ ਕੁਝ ਫਸਲਾਂ ਦੇ ਉੱਪਰ ਹੀ ਟਿਕੇ ਹੋਏ ਆ ਜਿੱਥੇ ਤੱਕ ਐਮਐਸਪੀ ਦਾ ਸਵਾਲ ਹੈ। ਔਰ ਅਗਰ ਇਹ ਚੀਜ਼ ਜ਼ਿਆਦਾ ਲੰਬੀ ਖਿੱਚੀ ਤਾਂ ਕਿਸਾਨ ਡੈਫੀਨਿਟਲੀ, ਉਹਨਾਂ ਨੇ ਪਹਿਲਾਂ ਵੀ ਕਈ ਵਾਰ ਕਿਹਾ ਹੈ, ਹੁਣ ਵੀ ਕਿਹਾ ਹੈ ਕਿ ਤੁਸੀਂ ਅਗਰ ਨਹੀਂ ਕੀਤਾ ਤਾਂ ਅਸੀਂ ਅੰਦੋਲਨ ਕਰਾਂਗੇ, ਔਰ ਅੰਦੋਲਨ ਸ਼ੁਰੂ ਹੋ ਸਕਦਾ। ਅਗਰ ਉਹ ਅੰਦੋਲਨ ਹੁਣ ਫੇਰ ਸ਼ੁਰੂ ਹੋ ਗਿਆ ਤਾਂ ਉਹ ਕਿੱਥੇ ਤੱਕ ਜਾਏਗਾ, ਸਟੇਟ ਲੈਵਲ ਤੇ ਹੋਏਗਾ ਤਾਂ ਉਹਦਾ ਪ੍ਰਭਾਵ, ਅਗਰ ਕੋਈ ਵੀ ਅੰਦੋਲਨ ਹੈ ਦਾ ਪ੍ਰਭਾਵ ਇਕਨੋਮੀ ਦੇ ਉੱਪਰ ਪੈਂਦਾ ਹੈ, ਕਿਸੇ ਵੀ ਸੂਰਤ ਦੇ ਵਿੱਚ ਪਵੇ। ਆਪਾਂ ਪਿਛਲੇ ਉਹਦੇ ਵਿੱਚ ਵੀ ਅੰਦੋਲਨ 'ਚ ਵੀ ਦੇਖਿਆ। ਤਾਂ ਦੇਖੋ ਕਿ ਕਿਸਾਨ ਤੇ ਗਵਰਨਮੈਂਟ ਉਹ ਕਦੋਂ ਕਿਸੇ ਐਸੇ ਨਤੀਜੇ ਤੇ ਪਹੁੰਚਦੇ ਆ ਜਿੱਥੇ ਇੱਕ ਕੰਪਰੋਮਾਈਜ਼ਿੰਗ ਸਿਚੁਏਸ਼ਨ ਹੋਵੇ। ਅਦਰਵਾਈਜ਼ ਅਗਰ ਅੰਦੋਲਨ ਸ਼ੁਰੂ ਹੋ ਗਿਆ ਤਾਂ ਉਹ ਸਟੇਟ ਦੀ ਇਕਨੋਮੀ ਦੇ ਤਾਂ ਕਮ ਸੇ ਕਮ ਹੱਕ ਦੇ ਵਿੱਚ ਨਹੀਂ ਹੈ। ਕੋਈ ਵੀ ਫੈਸਲਾ ਜਦੋਂ ਪ੍ਰੋਫੈਸਰ ਸਾਹਿਬ ਲਾਗੂ ਹੁੰਦਾ ਹੈ ਜਾਂ ਕੋਈ ਫੈਸਲੇ ਦੀ ਰਣਨੀਤੀ ਘੜੀ ਜਾਂਦੀ ਹੈ, ਉਹਦੇ 'ਚ ਅਫਸਰਸ਼ਾਹੀ ਦਾ ਰੋਲ ਜਿਹੜਾ ਉਹ ਅਹਿਮ ਮੰਨਿਆ ਜਾਂਦਾ ਹੈ। ਕੀ ਮੰਨਿਆ ਜਾਏ ਕਿ ਭਗਵੰਤ ਮਾਨ ਹੋਰਾਂ ਦੀ ਸਰਕਾਰ ਅਫਸਰਸ਼ਾਹੀ ਦੇ ਦਬਾਅ ਹੇਠ ਚੱਲ ਰਹੀ ਹੈ ਜਾਂ ਫਿਰ ਅਫਸਰਸ਼ਾਹੀ ਇਹਨਾਂ ਨੂੰ ਕੋਈ ਸਹੀ ਸੇਧ ਦੇਗੀ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ? ਦੇਖੋ, ਅਫਸਰਸ਼ਾਹੀ ਨੇ ਤਾਂ ਜੋ ਪਹਿਲਾਂ ਉਹਨਾਂ ਦਾ ਸਟਾਂਸ ਹੈ ਉਹੀ ਰੱਖਣਾ, ਜੋ ਉਹਨਾਂ ਦੀ ਪਹਿਲਾਂ ਆਰਗੂਮੈਂਟ ਹੈ ਉਹੀ ਰੱਖਣੀ ਹੈ। ਹੁਣ ਗੱਲ ਇਹ ਹੈ, ਨਵੀਂ ਪੋਲੀਟੀਕਲ ਲੀਡਰਸ਼ਿਪ ਆਈ ਹੈ, ਜਿਹੜੀ ਨਵੀਂ ਪੋਲੀਟੀਕਲ ਲੀਡਰਸ਼ਿਪ ਹੈ ਬੇਸ਼ੱਕ ਉਹਨੂੰ ਸਿਰਫ 1 ਮਹੀਨਾ ਹੀ ਹੋਇਆ, 1 ਮਹੀਨਾ ਜਾਂ ਇਹ ਜਿਹੜਾ
ਹਾਂ, ਇਹ ਜਿਹੜਾ ਪੀਰੀਅਡ ਹੈਗਾ, ਇਸ ਪੀਰੀਅਡ ਦੇ ਵਿੱਚ ਆਪਾਂ ਕਹੀਏ ਕਿ ਹੁਣੀ ਕੁਛ ਨਾ ਕੁਛ ਕਰ ਦੇਣਗੇ ਜਾਂ ਕੋਈ ਤੂਫਾਨ ਖੜਾ ਕਰ ਦੇਣਗੇ, ਬੜਾ ਕੁਛ ਹੋ ਜਾਏਗਾ, ਇਸ ਤਰ੍ਹਾਂ ਨਹੀਂ ਹੁੰਦਾ। ਆਪਾਂ ਨੂੰ ਟਾਈਮ ਤਾਂ ਦੇਣਾ ਚਾਹੀਦਾ ਵੀ ਹੈ, ਦੇਣਾ ਪਊਗਾ। ਲੇਕਿਨ ਜਿਹੜੀ ਨਵੀਂ ਪੋਲੀਟੀਕਲ ਲੀਡਰਸ਼ਿਪ ਹੈ, ਉਹਨੂੰ ਆਊਟ ਆਫ ਦਾ ਬਾਕਸ ਨਵੇਂ ਤਰੀਕੇ ਦੇ ਨਾਲ ਸੋਚਣਾ ਪਏਗਾ। ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਲੀਡਰਸ਼ਿਪਸ ਹੈਗੀਆਂ, ਉਹ ਗੱਲਬਾਤ ਕੀਤੀ, ਚਾਹ ਪੀਤੀ, ਤੁਰ ਜਾਓ, ਕੋਈ ਲਾਰਾ ਲਾਤਾ, ਕੋਈ ਹੋਰ ਚੱਲ, ਉਹ ਚੀਜ਼ ਨਹੀਂ। ਨਵੇਂ ਤਰੀਕੇ ਨਾਲ ਸੋਚੋ ਤਾਂ ਕਿ ਇਹਨਾਂ ਮਸਲਿਆਂ ਦੇ ਵਿੱਚੋਂ ਜਲਦੀ ਤੋਂ ਜਲਦੀ ਸਟੇਟ ਨਿਕਲੇ ਅਤੇ ਅੱਗੇ ਵਧੀਏ। ਅਦਰਵਾਈਜ਼ ਅੰਦੋਲਨ ਔਰ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਹੁੰਦਾ ਰਹੇਗਾ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੀ ਅਫਸਰਸ਼ਾਹੀ ਹੈ ਜਾਂ ਬਿਊਰੋਕ੍ਰੇਸੀ ਹੈ, ਬਿਊਰੋਕ੍ਰੇਸੀ ਡੈਫੀਨਿਟਲੀ ਪ੍ਰਭਾਵਿਤ ਕਰੇਗੀ ਡਿਸੀਜ਼ਨ ਮੇਕਿੰਗ ਨੂੰ। ਔਰ ਜਿੰਨੇ ਵੀ ਪਾਲਿਸੀ ਮੇਕਿੰਗ ਹੈ ਉਹ 'ਚ ਬਿਊਰੋਕ੍ਰੇਸੀ ਆਉਂਦੀ ਵੀ ਹੈ, ਕਿਉਂਕਿ ਬਿਊਰੋਕ੍ਰੇਸੀ ਤੇ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਬਹੁਤ ਵੱਡਾ ਫਰਕ ਇਹ ਹੈਗਾ ਕਿ ਜਿਹੜੀ ਬਿਊਰੋਕ੍ਰੇਸੀ ਹੈ ਉਹ ਇੱਕ ਕੰਟੀਨਿਊਟੀ ਦੇ ਵਿੱਚ ਚੱਲਦੀ ਹੈ, ਸਰਕਾਰਾਂ ਆਉਂਦੀਆਂ ਰਹਿੰਦੀਆਂ, ਜਾਂਦੀਆਂ ਰਹਿੰਦੀਆਂ। ਜਿਹੜੀਆਂ ਸਰਕਾਰਾਂ ਆਉਂਦੀਆਂ ਉਹ ਬਿਲਕੁਲ ਨਵੀਆਂ ਆਉਂਦੀਆਂ। ਫॉर एग्जांपल ਇਹ ਬਿਲਕੁਲ ਨਵੀਂ ਸਰਕਾਰ ਹੈ ਜਿਹਦੇ ਵਿੱਚ 92 ਦੇ ਵਿੱਚੋਂ 80 ਐਮਐਲਏ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਆ ਰਹੇ ਹੈ, ਔਰ ਜਿਹੜੇ ਮੰਤਰੀ ਮੰਡਲ ਹੈ ਉਹਦੇ ਵਿੱਚ ਕਿਸੇ ਨੂੰ ਵੀ ਸਰਕਾਰਾਂ ਚਲਾਉਣ ਦਾ ਹੋਰ ਕੋਈ ਤਜਰਬਾ ਹਜੇ ਨਹੀਂ ਹੈ। ਹੌਲੀ ਹੌਲੀ ਹੋ ਜਾਏਗਾ। ਜਾਂ ਸੀਐਮ ਹੈ ਜਾਂ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਬਾਹਰੋਂ ਤੁਸੀਂ ਹਦਾਇਤ ਲੈ ਕੇ ਉਸ ਵੇਲੇ ਪਾਲਿਸੀ ਮੇਕਿੰਗ ਬਣਾਓ, ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਹੌਲੀ ਹੌਲੀ ਖਤਮ ਹੋ ਜਾਣੀਆਂ ਚਾਹੀਦੀਆਂ। ਅਦਰਵਾਈਜ਼ ਲੋਕਾਂ ਨੇ ਜਾਂ ਬਿਊਰੋਕ੍ਰੇਸੀ ਨੇ ਪੋਲੀਟੀਕਲ ਲੀਡਰਸ਼ਿਪ ਦੀ ਗੱਲ ਨਹੀਂ ਮੰਨਣੀ। ਪੋਲੀਟੀਕਲ ਲੀਡਰਸ਼ਿਪ ਨੇ ਆਪਣਾ ਇੱਕ ਏਜੰਡਾ ਹੈਗਾ ਜਿਹੜਾ ਕਿ ਲੋਕਾਂ ਨੇ ਉਹਨਾਂ ਨੂੰ ਫੜਾਇਆ ਹੈ, ਜਾਂ ਲੋਕਾਂ ਨਾਲ ਜੋ ਵਾਅਦਾ ਕਰਕੇ ਆਏ ਹੈ ਉਹ ਪੂਰਾ ਕਰਨਾ ਪਏਗਾ। ਉਹਦੇ ਵਿੱਚ ਐਮਐਸਪੀ ਵੀ ਹੈ, ਉਹਦੇ ਵਿੱਚ ਕਿਸਾਨਾਂ ਦੇ ਨਾਲ ਜੋ ਗੱਲਬਾਤ ਹੈ ਜਿਹਦੇ ਬਾਰੇ ਉਹ ਪਹਿਲਾਂ ਕਹਿੰਦੇ ਰਹੇ ਕਿ ਹਾਂ ਅਸੀਂ ਕਰਾਂਗੇ, ਉਹ ਕਰਕੇ ਉਹਦੇ ਮੁਤਾਬਕ ਕੋਈ ਕੰਪਰੋਮਾਈਜ਼ਿੰਗ ਫਾਰਮੂਲੇ ਦੇ ਉੱਪਰ ਆਉਣਾ ਚਾਹੀਦਾ ਹੈ। ਕਿਸਾਨ ਕੁਝ ਪਿੱਛੇ ਹਟ ਸਕਦੇ ਹੈ, ਸਰਕਾਰ ਕੁਝ ਪਿੱਛੇ ਹਟ ਸਕਦੀ ਹੈ, ਕੋਈ ਉਹ ਹੋਵੇ ਤਾਂ ਇਹੀ ਹੋਏਗਾ। ਅਦਰਵਾਈਜ਼ ਅਗਰ ਟੱਸਲ ਦੀ ਰਾਜਨੀਤੀ, ਕਨਫਰੰਟੇਸ਼ਨ ਦੀ ਰਾਜਨੀਤੀ ਹੋਈ ਤਾਂ ਉਹ ਸਟੇਟ ਵਾਸਤੇ ਠੀਕ ਨਹੀਂ ਹੈ। ਖਾਲਿਦ ਸਾਹਿਬ, ਇੱਕ ਹੋਰ ਮੁੱਦਾ ਜਿਹੜਾ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਦਿੱਲੀ ਦੇ ਮਾਡਲ ਨੂੰ ਲੈ ਕੇ ਭਗਵੰਤ ਮਾਨ ਹੋਰਾਂ ਨੇ ਜਾਣਾ ਸੀ ਸਕੂਲ ਤੇ ਜਿਹੜੇ ਮੁਹੱਲਾ ਕਲੀਨਿਕ ਨੇ ਉਹਨਾਂ ਨੂੰ ਦੇਖਣ ਦੇ ਲਈ, ਉਹ ਚਲੋ ਮੁਲਤਵੀ ਕਰਤਾ। ਪਰ ਇੱਧਰ ਪੰਜਾਬ ਦੇ ਵਿੱਚ ਪੰਜਾਬ ਦਾ ਢਾਂਚਾ ਕਹਿੰਦੇ ਇੰਨਾ ਪਿਆ ਕਿ ਜੇ ਇਹਨੂੰ ਹੀ ਸੰਭਾਲ ਲਓ ਤੁਸੀਂ, ਬਾਕੀਆਂ ਤੋਂ ਮਾਡਲ ਕੀ ਅਪਣਾਉਣਾ, ਤੁਸੀਂ ਆਪਣੇ ਮਾਡਲ ਨੂੰ ਦੇਖੋ। ਪਹਿਲਾਂ ਕਿਉਂ ਨਹੀਂ ਦਿੱਲੀ ਵਾਲੇ ਮਾਡਲ ਨੂੰ ਲੈ ਕੇ ਇੱਥੇ, ਉਦੋਂ ਤੁਹਾਡੇ ਕੋਲੇ ਬਹੁਤ ਟਾਈਮ ਸੀਗਾ, ਹੁਣ ਤੁਸੀਂ ਸਮਾਂ ਉਧਰਲੇ ਪਾਸੇ ਨੂੰ ਕਿਉਂ ਗਵਾ ਰਹੇ ਹੋ? ਇੱਥੇ ਪੰਜਾਬ ਦੇ ਵਿੱਚ ਜਿਹੜੇ ਕੇਂਦਰ ਪਏ ਨੇ ਜਾਂ ਪੰਜਾਬ 'ਚ ਜਿਹੜਾ ਢਾਂਚਾ ਉਹਨੂੰ ਵਰਤੋ। ਜੀ ਜੀ, ਦੇਖੋ ਇਦਾਂ ਹੈ ਵੀ ਮੁਹੱਲਾ ਕਲੀਨਿਕ ਦੀ ਗੱਲ ਜਿਹੜੀ ਹੈਗੀ ਹੈ ਉਹ ਕਾਫੀ ਜ਼ਿਆਦਾ ਚਰਚਿਤ ਰਹੀ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਮੁਹੱਲਾ ਕਲੀਨਿਕ ਖੋਲ ਕੇ ਉੱਥੋਂ ਦਵਾਈਆਂ ਵਗੈਰਾ ਡਿਸਪਰਸ ਕਰਨਾ, ਉਹ ਸਾਰਾ ਕੁਝ ਕਰਨਾ ਹੈ। ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ। ਪਹਿਲੀ ਤਾਂ ਚੀਜ਼ ਇਹ ਹੈਗੀ ਹੈ ਕਿ ਹੈਲਥ ਸੈਕਟਰ ਜਿਹੜਾ ਹੈ ਉਹਦੀ ਇੰਪਰੂਵਮੈਂਟ ਬਹੁਤ ਹੀ ਇੰਪੋਰਟੈਂਟ ਹੁੰਦੀ ਹੈ ਆਮ ਜਨਤਾ ਵਾਸਤੇ, ਜਿਹਨੇ ਛੋਟੀਆਂ ਮੋਟੀਆਂ ਦਵਾਈਆਂ ਲੈਣੀਆਂ। ਇੱਕ ਤਾਂ ਵੱਡੇ ਹਸਪੀਟਲ ਹੈ, ਇੱਕ ਛੋਟੇ ਹਸਪੀਟਲ ਹੈ, ਜਾਂ ਛੋਟੀਆਂ ਜਿਹਨੂੰ ਆਪਾਂ ਪ੍ਰਾਇਮਰੀ ਹੈਲਥ ਸੈਂਟਰ ਕਹਿ ਦਿੰਦੇ ਹਾਂ ਜਾਂ ਡਿਸਪੈਂਸਰੀਜ਼ ਕਹਿ ਦਿੰਦੇ ਹਾਂ। ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਵਿੱਚ 416 ਰੂਰਲ ਪ੍ਰਾਇਮਰੀ ਹੈਲਥ ਸੈਂਟਰ ਹੈ ਤੇ ਤਕਰੀਬਨ 16 ਦੇ ਕਰੀਬ ਅਰਬਨ ਹੈ। ਤਕਰੀਬਨ 241 ਪੰਜਾਬ ਦੇ ਵਿੱਚ ਸਰਕਾਰੀ ਹਸਪੀਟਲ ਹੈ ਔਰ 214 ਪ੍ਰਾਈਵੇਟ ਹਸਪੀਟਲ ਹੈ। ਔਰ ਜਿਹੜੀਆਂ ਡਿਸਪੈਂਸਰੀਜ਼ ਹੈ ਤਕਰੀਬਨ 1186 ਪੰਜਾਬ ਦੇ ਵਿੱਚ ਰੂਰਲ ਡਿਸਪੈਂਸਰੀਜ਼ ਹੈ। ਹੁਣ ਇਹਨਾਂ ਡਿਸਪੈਂਸਰੀਜ਼ ਦੇ ਵਿੱਚ ਕਈ ਜਗ੍ਹਾ ਡਾਕਟਰ ਵੀ ਬੈਠਦੇ ਆ, ਕਈ ਜਗ੍ਹਾ ਦਵਾਈਆਂ ਹੀ ਦਿੱਤੀਆਂ ਜਾਂਦੀਆਂ। ਆਪਣੇ ਕੋਲ ਡਾਕਟਰਾਂ ਦੀ ਘਾਟ ਹੈਗੀ ਹੈ ਇਸ ਵੇਲੇ ਬੇਸ਼ੱਕ, ਹਾਲਾਂਕਿ ਕਿਉਂਕਿ ਸਾਡੇ ਕੋਲ ਤਕਰੀਬਨ 3500 ਡਾਕਟਰ ਹੈਗਾ ਜਿਹੜਾ ਸਰਕਾਰੀ ਉਹਦੇ ਵਿੱਚ ਕੰਮ ਕਰਦਾ ਹੈ। 76000 ਦੇ ਕਰੀਬ ਜਿਹੜੀਆਂ ਜਨਰਲ ਨਰਸਿਸ ਤੇ ਮਿਡਵਾਈਫਸ ਰਜਿਸਟਰਡ ਹੈ ਪੰਜਾਬ ਦੇ ਵਿੱਚ। ਤਾਂ ਇਹ ਸਾਡੇ ਕੋਲ ਅੱਛਾ ਖਾਸਾ ਮਤਲਬ ਹੈਗਾ। ਬੇਸ਼ੱਕ ਡੈਫਿਸਿਟ ਹੈ, ਲੇਕਿਨ ਇਹ ਨਹੀਂ ਹੈ ਕਿ ਅਸੀਂ ਬਿਲਕੁਲ ਹੀ ਰੁੜੇ ਪਏ ਹਾਂ ਇਸ ਮਾਮਲੇ ਦੇ ਵਿੱਚ। ਤਾਂ ਇਹ ਜਿਹੜਾ ਇਨਫਰਾਸਟ੍ਰਕਚਰ ਹੈ ਇਹਨੂੰ ਸਟਰੈਂਥਨ ਕਰਨ ਦੀ ਲੋੜ ਹੈ। ਪਿੱਛੇ ਜਿਹਾ ਇੱਕ ਗੱਲ ਸਾਹਮਣੇ ਆਈ ਕਿ ਜਿਹੜੀਆਂ ਡਿਸਪੈਂਸਰੀਜ਼ ਹੈ ਉਹਨਾਂ ਦੇ ਵਿੱਚ ਦਵਾਈਆਂ ਨਹੀਂ ਪਹੁੰਚ ਰਹੀ। ਹਰ ਇੱਕ ਡਿਸਪੈਂਸਰੀ ਦੇ ਵਿੱਚ ਤਕਰੀਬਨ 4500 ਜਾਂ 5000 ਦੀ ਦਵਾਈ ਹਰ ਮਹੀਨੇ ਜਿਹੜੀ ਡਿਸਟ੍ਰਿਕਟ ਦਾ ਵੇਅਰ ਹਾਊਸ ਹੈ ਉਹਦੇ ਵਿੱਚੋਂ
ਸਪਲਾਈ ਕੀਤੀ ਜਾਂਦੀ ਹੈ। ਔਰ ਕਈ ਵਾਰ ਉਹਨਾਂ ਨੇ ਕਿਹਾ ਕਿ ਦੇਖੋ ਜੀ ਦਵਾਈਆਂ ਨਹੀਂ ਇੱਥੇ ਪਹੁੰਚ ਰਹੀਆਂ, ਜਾਂ ਡਾਕਟਰਸ ਨਹੀਂ ਅਵੇਲੇਬਲ ਹੈ, ਜਾਂ ਨਰਸਿਸ ਨਹੀਂ ਅਵੇਲੇਬਲ ਹੈ। ਇਹਨੂੰ ਸਟਰੈਂਥਨ ਕਰੋ। ਹੁਣ ਦੇਖੋ, ਅਗਰ ਤੁਸੀਂ ਮੁਹੱਲਾ ਕਲੀਨਿਕ ਬਣਾਓਗੇ, ਕਿਆ ਮੁਹੱਲਾ ਕਲੀਨਿਕ ਸਾਡੀਆਂ ਡਿਸਪੈਂਸਰੀਆਂ ਦੇ ਪੈਰਲਲ ਹੋਣਗੇ, ਜਾਂ ਡਿਸਪੈਂਸਰੀਆਂ ਦਾ ਨਾਂ ਚੇਂਜ ਕਰਕੇ ਮੁਹੱਲਾ ਕਲੀਨਿਕ ਰੱਖਿਆ ਜਾਏਗਾ? ਇਹ ਇੱਕ ਤਾਂ ਚੀਜ਼ ਹੈਗੀ। ਦੂਸਰੀ ਗੱਲ ਇਹ ਹੈਗੀ ਹੈ ਕਿ ਮੁਹੱਲਾ ਕਲੀਨਿਕ ਜਾਂ ਡਿਸਪੈਂਸਰੀ ਦੇ ਵਿੱਚ ਫਰਕ ਕੀ ਹੈ? ਉੱਥੇ ਵੀ ਦਵਾਈਆਂ ਦਿੱਤੀਆਂ ਜਾਂਦੀਆਂ, ਪ੍ਰਾਇਮਰੀ ਡਿਸਪੈਂਸਰੀ ਦੇ ਵਿੱਚ ਵੀ ਦਵਾਈਆਂ ਦਿੱਤੀਆਂ ਜਾਂਦੀਆਂ। ਤੀਸਰੀ ਗੱਲ ਇਹ ਹੈਗੀ ਹੈ ਕਿ ਮੁਹੱਲਾ ਕਲੀਨਿਕ ਕਹਿ ਕੇ ਕਿਆ ਤੁਸੀਂ ਸਿਰਫ ਦਿੱਲੀ ਵਾਲਾ ਮਾਡਲ ਹੀ ਉਹ ਕਰਨਾ ਚਾਹੁੰਦੇ ਹੋ, ਜਾਂ ਸਾਡਾ ਆਪਣਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਸਟਰੈਂਥਨ ਕਰਨਾ ਚਾਹੁੰਦੇ ਹੋ? ਮੈਂ ਸੋਚੂੰਗਾ ਕਿ ਸਾਡਾ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਹੈ, ਉਹਨਾਂ ਦੀਆਂ ਬਿਲਡਿੰਗਾਂ ਹੋਣਗੀਆਂ, ਉਹਨਾਂ ਦਾ ਆਪਣਾ ਸਟਾਫ ਹੋਏਗਾ, ਉੱਥੇ ਜੋ ਵੀ ਉਹਨਾਂ ਨੇ ਡਿਵੈਲਪ ਕੀਤਾ ਹੋਵੇ ਉਹਨੂੰ ਸਟਰੈਂਥਨ ਕਰੋ, ਉਹਨੂੰ ਮਜ਼ਬੂਤ ਕਰੋ, ਉਹਦੇ ਵਿੱਚ ਹੋਰ ਚੀਜ਼ਾਂ ਵੈਲਿਊ ਐਡਿਡ ਕਰੋ ਤਾਂ ਕਿ ਲੋਕਾਂ ਦੇ ਕੰਮ ਆਉਣ, ਬਜਾਏ ਇਸ ਦੇ ਕਿ ਤੁਸੀਂ ਇੱਕ ਨਵਾਂ ਉਹ ਸ਼ੁਰੂ ਕਰ ਦਿਓ। ਤੁਸੀਂ ਇਹ ਕਹੋ ਵੀ ਪੰਜਾਬ ਦਾ ਆਪਣਾ ਇੱਕ ਮਾਡਲ ਹੈ, ਉਸ ਮਾਡਲ ਦੇ ਵਿੱਚ ਸਾਡੀਆਂ ਸਰਕਾਰੀ ਡਿਸਪੈਂਸਰੀਆਂ, ਉਹ ਸਰਕਾਰੀ ਡਿਸਪੈਂਸਰੀਆਂ ਕਿਸੇ ਵੀ ਸੂਰਤ ਦੇ ਵਿੱਚ ਮੁਹੱਲਾ ਕਲੀਨਿਕ ਤੋਂ ਘੱਟ ਨਹੀਂ ਹਨ। ਇਹ ਇੱਕ ਗੱਲ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਤੁਸੀਂ ਕਹੋ ਜੀ ਕਿਉਂਕਿ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਕਿਹਾ ਜਾਂਦਾ, ਇਸ ਕਰਕੇ ਅਸੀਂ ਵੀ ਮੁਹੱਲਾ ਕਲੀਨਿਕ ਕਹਾਂਗੇ ਔਰ ਉਹਦੇ ਨਾਲ ਸਾਨੂੰ ਸਟਰੈਂਥਨ ਮਿਲਦੀ ਹੈ। ਉਹ ਦੂਸਰੀ ਚੀਜ਼ ਹੈ। ਹੁਣ ਇਹ ਸਰਕਾਰ ਪਰ ਡਿਪੈਂਡ ਕਰਦਾ ਹੈ ਕਿ ਸਰਕਾਰ ਕਿਸ ਤਰੀਕੇ ਦੇ ਨਾਲ ਅੱਗੇ ਵਧਦੀ ਹੈ। ਲੇਕਿਨ ਇਹ ਕਲੀਅਰ ਹੈਗਾ ਕਿ ਸਾਡਾ ਜਿਹੜਾ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਹੈਲਥ ਦਾ, ਉਹ ਮਜ਼ਬੂਤ ਹੋਣਾ ਚਾਹੀਦਾ ਹੈ, ਕਿਉਂਕਿ ਸਾਡੀ ਜਿਹੜੀ 2 ਕਰੋੜ ਤੋਂ ਉੱਪਰ ਦੀ ਆਬਾਦੀ ਹੈਗੀ ਹੈ, ਔਰ ਜਿਸ ਤਰੀਕੇ ਦੀਆਂ ਬਿਮਾਰੀਆਂ ਔਰ ਸਾਰਾ ਕੁਝ ਚੱਲਦਾ ਹੈ, ਆਪਾਂ ਦੇਖਦੇ ਹਾਂ ਵੀ ਕੈਂਸਰ ਬੈਲਟ ਹੈ ਸਾਡੇ ਕੋਲ ਟੀਬੀ ਕੇਸਿਸ ਜਿਹੜੇ ਹੈਗੇ ਆ, ਜਾਂ ਹਾਰਟ ਦੀ ਡਿਜ਼ੀਜ਼, ਬੀਪੀ ਸਭ ਤੋਂ ਜ਼ਿਆਦਾ। ਇਹ ਨਾ ਸਾਰੀਆਂ ਚੀਜ਼ਾਂ ਨੂੰ ਦੇਖਣ ਵਾਸਤੇ ਤੁਸੀਂ ਆਪਣਾ ਹੈਲਥ ਇਨਫਰਾਸਟ੍ਰਕਚਰ ਡਿਵੈਲਪ ਕਰੋ, ਬਜਾਏ ਇਸ ਦੇ ਕਿ ਤੁਸੀਂ ਕਿਸੇ ਹੋਰ ਮਗਰ ਲੱਗੇ ਫਿਰੋ। ਔਰ ਮੈਨੂੰ ਉਮੀਦ ਹੈ ਕਿ ਸਟੇਟ ਗਵਰਨਮੈਂਟ ਜਦ ਕੋਈ ਫੈਸਲਾ ਲਏਗੀ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖੇਗੀ, ਇਹ ਦੇਖਦੇ ਹੋਏ ਕਿ ਸਾਡੇ ਕੋਲ ਐਗਜ਼ਿਸਟਿੰਗ ਕੀ ਅਵੇਲੇਬਲ ਹੈ ਔਰ ਉਹਦੇ ਵਿੱਚ ਕਿਵੇਂ ਉਹਨੂੰ ਇੰਪਰੂਵ ਕੀਤਾ ਜਾ ਸਕਦਾ ਹੈ, ਤਾਂ ਕਿ ਲੋਕਾਂ ਦੀ ਮੈਕਸਿਮਮ ਸੇਵਾ ਕਰ ਸਕੀਏ ਹੈਲਥ ਸੈਕਟਰ ਦੇ ਵਿੱਚ। ਪੰਜਾਬ ਵਾਲੀ ਸਰਕਾਰ ਤਾਂ ਪ੍ਰੋਫੈਸਰ ਸਾਹਿਬ ਆਪਣਾ ਹਨੀਮੂਨ ਪੀਰੀਅਡ ਲੰਘਾ ਰਹੀ ਹੈ, ਪਰ ਜਿਹੜਾ ਨੈਸ਼ਨਲ ਲੈਵਲ ਤੇ ਸਿਨੈਰੀਓ ਆਪਾਂ ਦੇਖ ਰਹੇ ਹਾਂ ਕਿ ਉੱਥੇ ਇੱਕ ਤਾਂ ਪਿਛਲੇ ਦਿਨਾਂ 'ਚ ਵਾਪਰੀਆਂ ਘਟਨਾਵਾਂ, ਫਿਰਕਾ ਪ੍ਰਸਤੀ ਲਾ ਲਓ ਜਾਂ ਦੋ ਧੜਿਆਂ ਨੂੰ, ਦੋ ਫਿਰਕਿਆਂ ਨੂੰ ਆਮੋ ਸਾਹਮਣੇ ਹੋਣਾ ਉਹਨਾਂ ਦਾ ਰਾਮਨੌਮੀ ਮੌਕੇ ਤੇ, ਹੁਣ ਦਿੱਲੀ ਦੇ ਵਿੱਚ ਵੀ ਹੋ ਗਿਆ, ਦੇਸ਼ ਦੀ ਰਾਜਧਾਨੀ ਦੇ ਵਿੱਚ ਉੱਥੇ ਹਨੂਮਾਨ ਜਯੰਤੀ ਦੇ ਮੌਕੇ ਸ਼ੋਭਾ ਯਾਤਰਾ ਕੱਢੀ, ਉੱਥੇ ਵੀ ਦੋ ਫਿਰਕੇ ਆਮੋ ਸਾਹਮਣੇ ਹੋ ਗਏ। ਹਾਲਾਤ ਇਸ ਤਰ੍ਹਾਂ ਦੇ ਬਣ ਰਹੇ ਨੇ। ਉਧਰ ਕਾਂਗਰਸ ਨੇ ਤੇ ਹੋਰ ਜਿੰਨੀਆਂ ਧਿਰਾਂ ਨੇ, ਪੱਛਮੀ ਬੰਗਾਲ ਦੀ ਮਮਤਾ ਬਨਰਜੀ ਜਾਂ ਐਨਸੀਪੀ, ਸ਼ਿਵ ਸੈਨਾ, ਇਹਨਾਂ ਸਾਰਿਆਂ ਨੇ ਰਲ ਕੇ ਇੱਕ ਮਤਾ ਜਿਹੜਾ ਲਿਆਂਦਾ ਕਿ ਅਸੀਂ ਇਸ ਚੀਜ਼ ਦੀ ਵਿਰੋਧਤਾ ਕਰਾਂਗੇ, ਕਿਉਂ ਨਹੀਂ ਸਰਕਾਰ ਇਹਦੇ ਉੱਤੇ ਆਵਾਜ਼ ਚੁੱਕਦੀ। ਪਰ ਉਹਦੇ ਵਿੱਚ ਆਮ ਆਦਮੀ ਪਾਰਟੀ ਕਿਤੇ ਨਜ਼ਰ ਨਹੀਂ ਆਈ। ਉਹ ਇੱਕ ਜਾਰੀ ਹੋਇਆ ਉਹਨਾਂ ਵੱਲੋਂ ਇੱਕ ਪਰਚਾ, ਉਹਦੇ ਵਿੱਚ ਸਾਰੀਆਂ ਪਾਰਟੀਆਂ ਦਾ ਜ਼ਿਕਰ ਹੈ। ਦੇਖੋ, ਜਿਹੜੀ ਕਮਿਊਨਲਿਜ਼ਮ ਦੀ ਪੋਲਿਟਿਕਸ ਹੈ, ਸਮਾਜ ਨੂੰ ਡਿਵਾਈਡ ਕਰਨ ਦੀ ਪੋਲਿਟਿਕਸ ਹੈ, ਇਹ ਬੜੀ ਦੇਰ ਤੋਂ ਚੱਲ ਰਹੀ ਹੈ। ਉਹ ਇੱਕ ਪਾਰਟਿਕੂਲਰ ਪੋਲੀਟੀਕਲ ਪਾਰਟੀ ਨੂੰ ਫਾਇਦਾ ਵੀ ਪਹੁੰਚਾਉਂਦੀ ਹੈ। ਜਿਸ ਵੇਲੇ ਕਾਂਗਰਸ ਨੂੰ ਜਾਂ ਦੂਸਰੀਆਂ ਪਾਰਟੀਆਂ ਨੂੰ ਕਿਹਾ ਜਾਂਦਾ ਸੀਗਾ ਕਿ ਮਾਈਨੋਰਿਟੀ ਦਾ ਤੁਸ਼ਟੀਕਰਨ ਕਰ ਰਹੇ ਹੈ, ਤਾਂ ਜਿਹੜੀ ਹੁਣ ਐਸਟੈਬਲਿਸ਼ਮੈਂਟ ਹੈ ਉਹ ਮੈਜੋਰਿਟੀ ਦਾ ਤੁਸ਼ਟੀਕਰਨ ਕਰ ਰਹੀ ਹੈ। ਉਹ ਚੀਜ਼ ਤਾਂ ਆਪਾਂ ਸਾਰੇ ਦੇਖ ਰਹੇ ਹਾਂ। ਲੇਕਿਨ ਮੈਂ ਜਿਹੜੀ ਗੱਲ ਕਰੂੰਗਾ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਦਾ ਇਸ ਬਾਰੇ ਦੇ ਵਿੱਚ ਬੜਾ ਮਿਕਸਡ ਕਿਸਮ ਦਾ ਹੋ ਰਿਹਾ ਹੈ। ਦਿੱਲੀ ਦੇ ਵਿੱਚ ਆਪਾਂ ਨੇ ਦੇਖਿਆ, ਦਿੱਲੀ ਦੇ ਦੰਗਿਆਂ ਦੇ ਵਿੱਚ ਦੇਖਿਆ, ਜਾਂ ਸ਼ਾਹੀਨ ਬਾਗ ਦੇ ਵਿੱਚ ਜਿਸ ਵੇਲੇ ਐਜੀਟੇਸ਼ਨ ਚੱਲ ਰਿਹਾ ਸੀਗਾ, ਉਹਦੇ ਵਿੱਚ ਜਿਨ੍ਹਾਂ ਨੂੰ ਅਕਿਊਜ਼ ਕੀਤਾ ਗਿਆ, ਉਹਨਾਂ ਦੀ ਵੀ ਗੱਲ ਆਪਾਂ ਨੇ ਦੇਖੀ ਹੈ। ਉਹਦੇ ਵਿੱਚ ਕਈ ਜਗ੍ਹਾ ਦੇ ਉੱਪਰ ਆਮ ਆਦਮੀ ਪਾਰਟੀ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਹੈ, ਪ੍ਰੋਬੇਬਲੀ ਇਹ ਸੋਚ ਕੇ ਕਿ ਸਾਨੂੰ ਕਿਸੇ ਧਿਰ ਦੇ ਨਾਲ ਨਾ ਜੋੜਿਆ ਜਾਵੇ। ਲੇਕਿਨ ਪੋਲੀਟੀਕਲ ਪਾਰਟੀਆਂ ਦਾ ਕੰਮ ਹੁੰਦਾ ਹੈ ਲੋਕਾਂ ਦੀ ਨੁਮਾਇੰਦਾ ਹੋਣ ਦੇ ਨਾਤੇ ਕਿ ਉਹ ਜਿਹੜੀ ਗੱਲ ਸਹੀ ਹੈ ਉਹਨੂੰ ਸਹੀ ਕਹਿਣ ਦੀ ਹਿੰਮਤ ਰੱਖਣ। ਉਹ ਲੋਕਾਂ ਦੇ ਪ੍ਰਤੀਨਿਧੀ ਹੈ, ਕਿਸੇ ਵਿਸ਼ੇਸ਼ ਵਰਗ, ਵਿਅਕਤੀ, ਸਮੁਦਾਇ ਦੇ ਪ੍ਰਤੀਨਿਧੀ ਨਹੀਂ ਹਨ। ਵੋਟਾਂ ਸਾਰੀਆਂ ਪਾਉਂਦੀਆਂ, ਸਾਡੇ ਜੁਆਇੰਟ ਕਨਸਟੀਚੁਐਂਸੀਜ਼ ਹੈਗੀਆਂ, ਹਰ ਕਨਸਟੀਚੁਐਂਸੀ ਦੇ ਵਿੱਚ ਹਰ ਵਰਗ ਦੇ ਲੋਕ ਵੋਟਾਂ ਪਾਉਂਦੇ ਆ। ਇਸ ਕਰਕੇ ਪੋਲੀਟੀਕਲ ਪਾਰਟੀ ਸਿਰਫ ਆਮ ਆਦਮੀ ਪਾਰਟੀ ਨਹੀਂ ਹੈ। ਤੁਸੀਂ ਉਹਦੀ ਗੱਲ ਛੇੜੀ ਹੈ, ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਉਹਨੂੰ ਲੋਕਾਂ ਦਾ ਰਿਪਰੈਜ਼ੈਂਟੇਟਿਵ ਔਰ ਸਹੀ ਨੂੰ ਸਹੀ ਕਹਿਣ ਦਾ
ਹਿੰਮਤ ਰੱਖ ਕੇ ਅੱਗੇ ਵਧਣਾ ਚਾਹੀਦਾ। ਅਖੀਰ ਤੁਸੀਂ ਖਾਲਿਦ ਸਾਹਿਬ ਨਤੀਜੇ ਦੇਖੇ ਹੋਣੇ ਕਿ ਉਪ ਚੋਣਾਂ ਦੇ ਨਤੀਜਿਆਂ ਦੇ ਵਿੱਚ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਆਈ। ਜੀ ਜੀ ਜੀ, ਲੇਕਿਨ ਆਪਾਂ ਇਹ ਵੀ ਦੇਖਦੇ ਹੈਗੇ ਆ ਕਿ ਪਿੱਛੇ 4 ਸਟੇਟਾਂ ਜਿੱਤ ਕੇ ਵੀ ਹਟੇ। ਇਹਨੂੰ ਵੀ ਅੱਖੋਂ ਓਹਲਾ ਨਹੀਂ ਕੀਤਾ ਜਾ ਸਕਦਾ। ਅਗਰ 4 ਸੀਟਾਂ ਆ ਗਈਆਂ, ਇੱਕ TMC ਜਿੱਤ ਗਈ, ਸ਼ਤਰੂਘਨ ਸਿन्हा, ਜਾਂ ਇੱਧਰ ਆਪਣੇ ਮਹਾਰਾਸ਼ਟਰ ਦੇ ਵਿੱਚ ਕਾਂਗਰਸ ਜਾਂ ਹੋਰ ਜਗ੍ਹਾ ਛੱਤੀਸਗੜ੍ਹ ਦੇ ਵਿੱਚ ਉਹ ਜਿੱਤ ਗਏ, ਠੀਕ ਹੈ, ਲੇਕਿਨ ਉਹਦਾ ਓਵਰਆਲ ਰਾਜਨੀਤੀ ਦੇ ਉੱਪਰ ਕੋਈ ਫਰਕ ਨਹੀਂ ਹੈ। ਓਵਰਆਲ ਰਾਜਨੀਤੀ ਉਹੀ ਡਿਵਾਈਡ ਦੀ ਰਾਜਨੀਤੀ, ਡਿਵੀਜ਼ਨ ਦੀ ਰਾਜਨੀਤੀ ਹੈ, ਜਿਹੜੀ ਕਿ ਪਿਛਲੇ ਤਕਰੀਬਨ 1 ਦਹਾਕੇ ਤੋਂ ਚੱਲ ਰਹੀ ਹੈ। ਉਹਦਾ ਜਿਹੜਾ ਹੈਗਾ ਇੰਨਾ ਪ੍ਰਭਾਵ ਨਹੀਂ ਪੈਂਦਾ। ਜਿਸ ਵੇਲੇ ਇਲੈਕਸ਼ਨ ਆਏਗਾ ਪੂਰੇ ਸਟੇਟ ਦਾ, ਉਸ ਵੇਲੇ ਨੈਰੇਟਿਵ ਡਿਫਰੈਂਟ ਤਰੀਕੇ ਦਾ ਬਿਲਡ ਕੀਤਾ ਜਾਏਗਾ। ਉਸ ਵੇਲੇ ਮੁਗਲ ਸਾਮਰਾਜ ਵੀ ਮੂਹਰੇ ਆ ਜਾਏਗਾ, ਪਾਕਿਸਤਾਨ ਦੀ ਡਿਵੀਜ਼ਨ ਵੀ ਆ ਜਾਏਗੀ, ਉਸ ਵੇਲੇ ਮਾਈਨੋਰਿਟੀ ਤੁਸ਼ਟੀਕਰਨ ਵੀ ਆ ਜਾਏਗਾ, ਉਸ ਵੇਲੇ ਉਹ ਸਾਰਾ ਕੁਝ ਆ ਜਾਏਗਾ, ਜਿਹੜਾ ਕਿ ਕੋਈ ਕਬਰਸਤਾਨ ਦੀ ਗੱਲ ਕਰੂਗਾ, ਕੋਈ ਸ਼ਮਸ਼ਾਨ ਘਾਟ ਦੀ ਗੱਲ ਕਰੂਗਾ। ਉਹ ਸਾਰੀਆਂ ਚੀਜ਼ਾਂ ਜਿਹੜਾ ਤੁਸੀਂ ਗੱਲ ਕੀਤੀ ਹੈ ਰਾਮ ਨਵਮੀ ਦੇ ਮੌਕੇ ਤੇ ਜਿੱਥੇ ਜਿੱਥੇ ਵੀ ਜਲੂਸ ਕੱਢੇ ਗਏ ਹੈ ਔਰ ਮਸਜਿਦਾਂ ਦੇ ਮੂਹਰੇ ਖੜ ਕੇ ਜੋ ਮੁਜ਼ਾਹਰੇ ਕੀਤੇ ਗਏ ਹੈ, ਜਿਵੇਂ ਤੁਸੀਂ ਦਿੱਲੀ ਦੀ ਵੀ ਗੱਲ ਕੀਤੀ ਹੈ, ਦਿੱਲੀ ਦੇ ਵਿੱਚ ਪਹਿਲਾਂ ਸਵੇਰੇ ਜਾ ਚੁੱਕਿਆ ਸੀਗਾ ਇੱਕ ਵਾਰ ਸ਼ੋਭਾ ਯਾਤਰਾ 12 12:30 ਵਜੇ, ਲੇਕਿਨ ਉਸ ਤੋਂ ਬਾਅਦ ਦੁਬਾਰਾ ਲਿਆਂਦੀ ਗਈ 6 6:30 ਵਜੇ। ਫਿਰ ਉਹ ਮਸਜਿਦ ਦੇ ਅੱਗੇ ਜਾ ਕੇ ਪ੍ਰੋਵੋਕੇਟ ਕਰਨਾ, ਪ੍ਰਵੋਕ ਕਰਨਾ ਤਾਂ ਕਿ ਹਿੰਸਾ ਹੋਵੇ, ਔਰ ਜਿਹੜੀ ਟੌਪ ਲੀਡਰਸ਼ਿਪ ਹੈ ਇੰਡੀਆ ਦੀ ਉਹਦਾ ਚੁੱਪ ਰਹਿਣਾ, ਉਹਦੇ ਵਿੱਚੋਂ ਕੋਈ ਆਵਾਜ਼ ਨਾ ਨਿਕਲਣੀ, ਉਹ ਜਾਣਬੁੱਝ ਕੇ ਨਾ ਨਿਕਲਣੀ, ਕਿਉਂਕਿ ਉਹ ਸੂਟ ਕਰ ਰਿਹਾ ਸਾਨੂੰ, ਕਿਉਂਕਿ ਮੈਜੋਰਿਟੀ ਵੋਟ ਤੁਹਾਡੇ ਨਾਲ ਜੋੜ ਰਿਹਾ, ਇਸ ਕਰਕੇ ਤੁਸੀਂ ਚੁੱਪ ਕਰੇ ਬੈਠੇ ਰਹੋ। ਉਹ ਚੀਜ਼ਾਂ ਜਿਹੜੀ ਚੱਲ ਰਹੀਆਂ, ਲੇਕਿਨ ਇਹ ਸੁਖਵਿੰਦਰ ਜੀ ਜ਼ਿਆਦਾ ਦੇਰ ਨਹੀਂ ਚੱਲਣਗੀਆਂ, ਕਿਉਂਕਿ ਲੋਕ ਇਸ ਚੀਜ਼ ਤੋਂ ਕਾਫੀ ਦੁਖੀ ਹੈ। ਔਰ ਇਸ ਵੇਲੇ ਗੱਲ ਇਹ ਹੋ ਰਹੀ ਹੈ ਕਿ ਮਹਿੰਗਾਈ ਕਿੰਨੀ ਵੱਧ ਰਹੀ ਹੈ। ਇਸ ਵੇਲੇ ਗੱਲ ਇਹ ਹੋ ਗਿਆ ਕਿ ਯੂਕਰੇਨ ਦੀ ਜਿਹੜੀ ਵਾਰ ਹੈ ਉਹਦਾ ਸਾਡੇ ਉੱਪਰ ਕੀ ਇੰਪੈਕਟ ਪਏਗਾ, ਔਰ ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਲੋਕਾਂ ਦੇ ਨੈਰੇਟਿਵ ਦੇ ਵਿੱਚ ਆ ਰਹੀਆਂ। ਤੁਸੀਂ ਹਮੇਸ਼ਾ ਤੇ ਧਾਰਮਿਕ ਰੂਪ ਦੇ ਵਿੱਚ ਡਿਵਾਈਡ ਕਰਕੇ ਰਾਜਨੀਤੀ ਨਹੀਂ ਚਲਾ ਸਕਦੇ। ਇਹ ਤੁਹਾਡੇ ਕੋਲ ਕੋਈ ਪਰਮਾਨੈਂਟ ਇੱਕ ਗਿੱਦੜ ਸਿੰਘ ਇਹਨੇ ਹੱਥ 'ਚ ਆ ਗਈ ਕਿ ਇਹਦੇ ਥਰੂ ਹੀ ਤੁਸੀਂ ਹਮੇਸ਼ਾ ਸਰਕਾਰ ਚਲਾਉਂਦੇ ਰਹੋਗੇ, ਇਹਦਾ ਵੀ ਇੱਕ ਅੰਤ ਹੋਏਗਾ। ਜਿਸ ਤਰ੍ਹਾਂ ਜਾਂਦੇ ਜਾਂਦੇ ਇਹ ਦੱਸਿਓ ਕਿ ਕਾਂਗਰਸ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਦਸਤਕ ਜਿਹੜੀ ਹੈ ਉਹ ਦੇਖੀ ਜਾ ਰਹੀ ਹੈ ਕਿ 2024 ਦੇ ਲਈ ਉਹ ਸਾਰਾ ਰੋਡ ਮੈਪ ਤਿਆਰ ਕਰਨਗੇ, ਕਾਂਗਰਸ ਨੂੰ ਕਿੱਦਾਂ ਬਚਾਉਣਾ ਜਾਂ ਮੁਲਕ ਨੂੰ ਕਿੱਦਾਂ ਬਚਾਉਣਾ। ਪਰ ਇਹਦੇ ਵਿੱਚ ਜਦੋਂ ਗੱਲ ਬਹੁ ਗਿਣਤੀ ਦੀ ਆਉਂਦੀ ਹੈ ਤਾਂ ਫਿਰ ਇਹ ਕਿਸ ਤਰ੍ਹਾਂ ਇਸ ਚੀਜ਼ ਨੂੰ ਸੰਭਾਲਣਗੇ? ਬਹੁ ਗਿਣਤੀ ਦੇ ਨਾਲ ਖੜਨਾ ਜਾਂ ਘੱਟ ਗਿਣਤੀ ਦੇ ਨਾਲ ਖੜਨਾ ਜਾਂ ਫਿਰ ਇਨਸਾਨੀਅਤ ਦੇ ਨਾਲ ਖੜਨਾ? ਦੇਖੋ ਏਦਾਂ, ਪ੍ਰਸ਼ਾਂਤ ਕਿਸ਼ੋਰ ਦਾ ਆਪਣਾ ਤਰੀਕਾ ਹੈਗਾ ਕੰਮ ਕਰਨ ਦਾ, ਉਹਨਾਂ ਦੀ ਇੱਕ ਟੀਮ ਹੈ, ਉਹ ਕੁਝ ਪੈਰਾਮੀਟਰਸ ਦੇ ਉੱਪਰ ਕੰਮ ਕਰਕੇ ਆਪਣੇ ਨਤੀਜਿਆਂ ਤੇ ਪਹੁੰਚਦੇ ਆ। ਉਸ ਤੋਂ ਬਾਅਦ ਉਹ ਦੇਖਦੇ ਆ ਵੀ ਕੀ ਅਸੀਂ ਕਿਸ ਤਰੀਕੇ ਦੀ ਇੱਥੇ ਸਟ੍ਰੈਟਜੀ ਬਣਾ ਸਕਦੇ ਹਾਂ। ਉਹ ਇੱਕ ਸਮਝ ਲਓ ਕੈਂਪੇਨ ਸਟ੍ਰੈਟਜਿਸਟ ਕਿਸਮ ਦਾ ਹੈ, ਲੇਕਿਨ ਬਹੁਤ ਸ਼ਾਰਪ ਮਾਈਂਡ ਹੈ। ਮੈਂ ਉਹਨਾਂ ਦੀਆਂ ਬਹੁਤ ਇੰਟਰਵਿਊ ਸੁਣੀਆਂ। ਜਿੱਥੇ ਤੱਕ ਸਵਾਲ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੇ ਆਉਣ ਨਾਲ ਕੀ ਫਰਕ ਪਏਗਾ, ਤੁਸੀਂ ਪਤਾ ਹੈ ਪਿਛਲੇ ਜਿਹੜਾ ਇਲੈਕਸ਼ਨ ਸੀਗਾ ਯੂਪੀ ਦਾ, ਉਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਹੀ ਕਾਂਗਰਸ ਨਾਲ ਮਿਲ ਕੇ ਸਟ੍ਰੈਟਜੀ ਬਣਾਈ ਥੀ, ਨਹੀਂ ਕੁਝ ਹੋਇਆ ਸੀਗਾ। ਪਹਿਲੀ ਵਾਰ ਜਿਸ ਵੇਲੇ ਯੋਗੀ ਆਦਿੱਤਿਆਨਾਥ CM ਬਣੇ ਤਾਂ TMC ਨੂੰ ਜਿਤਾਉਣ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋ ਗਏ ਸੀਗੇ। ਪੰਜਾਬ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਵੇਲੇ ਉਹਨਾਂ ਨੇ ਇਹਨਾਂ ਨੂੰ ਆਪਣੇ ਟਿਪਸ ਦਿੱਤੇ। ਹੁਣ ਦੇਖੋ ਕਾਂਗਰਸ ਨਾਲ ਮਿਲ ਕੇ ਉਹ ਕੀ ਕਰਦੇ ਆ, ਕਿਸ ਤਰ੍ਹਾਂ ਦੀ ਨਈ ਸਟ੍ਰੈਟਜੀ ਬਣਾਉਂਦੇ ਆ। ਇਹ ਫਿਰ ਡਿਪੈਂਡ ਕਰਦਾ ਇਸ ਚੀਜ਼ ਦੇ ਉੱਪਰ ਕਿ ਤੁਸੀਂ ਕਿਸੇ ਵੀ ਪਾਰਟੀ ਕੋਲ ਇਸ ਵੇਲੇ ਕੋਈ ਕਾਊਂਟਰ ਨੈਰੇਟਿਵ ਨਹੀਂ ਹੈ, ਉਨਾ ਹੀ ਫੋਰਸਫੁਲੀ ਜੋ ਫੋਰਸਫੁਲੀ ਬੀਜੇਪੀ ਇਸ ਵੇਲੇ ਆਪਣਾ ਇੱਕ ਨੈਰੇਟਿਵ ਸਜਾਈ ਬੈਠੀ ਹੈ, ਜਿਹਦੇ ਸਿਰ ਦੇ ਉੱਪਰ ਰਾਜ ਕਰ ਰਹੀ ਹੈ। ਉਹ ਇਹ ਹੈਗਾ ਕਿ 2014 ਤੋਂ ਪਹਿਲਾਂ ਦੀਆਂ ਜਿਹੜੀਆਂ ਸਰਕਾਰਾਂ ਸੀਗੀਆਂ, ਉਹ ਸਰਕਾਰਾਂ ਆਮ ਤੌਰ ਪਰ ਮਾਈਨੋਰਿਟੀ ਅਪੀਜ਼ਮੈਂਟ ਸੀਗੀਆਂ, ਮਾਈਨੋਰਿਟੀ ਨੂੰ ਉਹ ਕਰਦੀਆਂ ਸੀਗੀਆਂ, ਖਾਸ ਤੌਰ ਪਰ ਮੁਸਲਿਮਸ ਨੂੰ। ਉਹ ਚਾਹੇ ਟ੍ਰਿਪਲ ਤਲਾਕ ਦਾ ਹਵਾਲਾ ਦੇਣ, ਚਾਹੇ ਉਹ ਹਜ ਸਬਸਿਡੀ ਦਾ ਹਵਾਲਾ ਦੇਣ, ਇਹ ਸਾਰਾ ਕੁਝ ਦਾ, ਹਾਲਾਂਕਿ ਉਹਨਾਂ ਚੀਜ਼ਾਂ ਦਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕਮਿਊਨਿਟੀ ਸਪੈਸੀਫਿਕ ਚੀਜ਼ਾਂ ਹੈਗੀਆਂ। ਲੇਕਿਨ ਉਹ ਇਹ ਕਹਿੰਦੇ ਆ ਕਿ ਹੁਣ ਜਿਹੜੀ ਹੈਗੀ ਹੈ ਸਰਕਾਰ, ਉਹ ਸਰਕਾਰ ਅਸਲੀ ਸਰਕਾਰ ਹੈ
ਬਲਕਿ ਇਹ ਵੀ ਕਿਹਾ ਗਿਆ ਕੁਝ ਲੀਡਰਾਂ ਵੱਲੋਂ ਇਹਨਾਂ ਦੇ ਕਿ 700 ਸਾਲ ਬਾਅਦ ਜਾਂ ਪਤਾ ਨਹੀਂ ਕਿੰਨੇ 100 ਸਾਲ ਬਾਅਦ ਪਹਿਲੀ ਵਾਰ ਇੱਕ ਹਿੰਦੂ ਸਰਕਾਰ ਆਈ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਕਹਿ ਕੇ ਉਹ ਡਿਵੀਜ਼ਨ ਕਰਨ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਸਾਡਾ ਸਮਾਜ ਪੂਰੀ ਤਰ੍ਹਾਂ ਇਸ ਤਰੀਕੇ ਦੇ ਨਾਲ ਡਿਵਾਈਡ ਨਹੀਂ ਹੋਏਗਾ। ਬੇਸ਼ੱਕ ਪੋਲੀਟੀਕਲੀ ਅੱਜ ਲੱਗਦਾ ਹੈ ਕਿ ਡਿਵਾਈਡ ਹੋਇਆ ਜਾਂ ਡਿਵੀਜ਼ਨ ਹੋਰ ਸ਼ਾਰਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਇਹ ਹਮੇਸ਼ਾ ਵਾਸਤੇ ਚੱਲਣ ਵਾਲੀਆਂ ਚੀਜ਼ਾਂ ਨਹੀਂ ਹਨ। ਜੀ ਸ਼ੁਕਰੀਆ ਖਾਲਿਦ ਸਾਹਿਬ, ਧੰਨਵਾਦ ਤੁਹਾਡਾ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।